ਵਾਹਿਗੁਰੂ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੋਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਜੀ। ਤਰੁ ਤਰਾ ਪਰ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓਂਕਾਰ ਸਤਿਗੁਰੂ। ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ। ਸਾਨੂੰ ਸੁਭਾਗ ਭਰਿਆ ਸਮਾਂ ਵਾਹਿਗੁਰੂ ਜੀ ਨੇ ਬਖਸ਼ਿਆ ਹੈ। ਲੜੀਵਾਰ ਅਸੀਂ ਸੱਤਵੇਂ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਜੀ ਤਿੰਨਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਦੋਂ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਨੇ ਪੁੱਛਿਆ ਕਿ ਤੁਹਾਡੇ ਗੁਰੂ ਦੀ ਬਾਣੀ ਦੇ ਵਿੱਚ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ਇੱਦਾਂ ਲਿਖਿਆ ਹੈ ਮੁਸਲਮਾਨ ਨੂੰ ਕਿ ਜਦੋਂ ਮਰ ਜਾਂਦਾ ਹੈ ਦਫਨਾਉਣ ਤੋਂ ਬਾਅਦ ਉਹਦੀ ਜਿਹੜੀ ਕਬਰ ਦੀ ਮਿੱਟੀ ਹੈ ਤੇ ਉਹਨੂੰ ਘੁਮਿਆਰ ਦੇ ਚੱਕ ਵਿੱਚ ਪਾਇਆ ਜਾਂਦਾ। ਭਾਂਡੇ ਬਣਾਏ ਜਾਂਦੇ ਨੇ, ਅੱਗ ਵਿੱਚ ਪਕਾਇਆ ਜਾਂਦਾ ਤੇ ਉਹ ਜਲਦੀ ਹੋਈ ਪੁਕਾਰਾਂ ਕਰਦੀ ਆ। ਉਹ ਬਲਦੀ ਹੋਈ ਸੜਦੀ ਹੋਈ ਪੁਕਾਰ ਕਰਦੀ ਹੈ। ਵਿਚਾਰੀ ਮਿੱਟੀ ਸੜ ਸੜ ਕੇ ਰੋਂਦੀ ਹੈ ਤੇ ਝੜ ਝੜ ਪਵੇ ਅੰਗਿਆਰ। ਸੜੇ ਹੋਏ ਕੋਇਲੇ ਤੋਂ ਡਿੱਗ ਪੈਂਦੇ ਨੇ। ਕੀ ਇਹ ਮੁਸਲਮਾਨਾਂ ਦੇ ਬਾਰੇ ਗੁਰੂ ਨਾਨਕ ਜੀ ਨੇ ਕਿਹਾ ਹੈ? ਤੇ ਉਦੋਂ ਫਿਰ ਬਾਬਾ ਰਾਮ ਰਾਏ ਜੀ ਕਹਿੰਦੇ ਨਹੀਂ ਜੀ, ਮਿੱਟੀ ਮੁਸਲਮਾਨ ਕੀ ਥੋੜੀ ਹੈ, ਮਿੱਟੀ ਬੇਈਮਾਨ ਕੀ ਲਿਖਿਆ ਹੈ।
ਇੱਦਾਂ ਕਹਿ ਕੇ ਨਾਂ ਤੇ ਸਤਿਗੁਰੂ ਜੀ ਦੀ ਪਿਆਰੀ ਬਾਣੀ ਦੀ ਪੰਗਤੀ ਇੱਕ ਪਾਦੋ ਦੇ ਵਿੱਚੋਂ ਬਦਲ ਦਿੱਤਾ। ਜਿੱਥੇ ਸੀ ਮੁਸਲਮਾਨ ਉੱਥੇ ਬਾਦਸ਼ਾਹ ਤੋਂ ਡਰਦਿਆਂ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਬੇਈਮਾਨ ਕਹਿ ਦਿੱਤਾ। ਇਹ ਵੀ ਆਖਿਆ ਕਿ ਬੇਈਮਾਨ ਸ਼ਬਦ ਬਾਰੇ ਤਾਂ ਕੁਰਾਨ ਸ਼ਰੀਫ ਮੁਕੱਦਸ ਕਿਤਾਬ ਵੀ ਕਹਿੰਦੀ ਆ ਕਿ ਬੇਈਮਾਨ ਜਿਹੜੇ ਹੁੰਦੇ ਨੇ ਉਹ ਦੋਜ਼ਖ ਵਿੱਚ ਜਾਂਦੇ ਨੇ, ਨਰਕਾਂ ਵਿੱਚ ਪੈਂਦੇ ਨੇ। ਤਾਂ ਇੱਦਾਂ ਕਰਕੇ ਫਿਰ ਮਹਾਰਾਜ ਦੀ ਬਾਣੀ ਜਦੋਂ ਬਦਲੀ ਆ, ਇੱਕ ਸਿੱਖ ਦਿੱਲੀ ਤੋਂ ਸਤਿਗੁਰੂ ਜੀ ਦੇ ਕੋਲ ਆਉਂਦਾ ਹੈ, ਗੁਰੂ ਮਹਾਰਾਜ ਨੂੰ ਸਾਰਾ ਦੱਸਿਆ ਕਿ ਕਹਿਣ ਲੱਗਾ, ਮਹਾਰਾਜ ਬੜੀਆਂ ਕਰਾਮਾਤਾਂ ਦਿਖਾਈਆਂ ਬਾਬਾ ਰਾਮ ਰਾਏ ਜੀ ਨੇ, ਤੇ ਬੱਕਰੇ ਨੂੰ ਜਿਉਂਦਾ ਕੀਤਾ ਤੇ ਮੱਕੇ ਤੋਂ ਫਲ ਮੰਗਵਾਏ, ਦੂਸਰਾ ਚੰਦ ਅਸਮਾਨ ਦੇ ਵਿੱਚ ਚਾੜਿਆ ਚੰਦਰਮਾ, ਦੂਜਾ ਚੰਦ, ਤੇ ਸ਼ੇਰ ਦਾ ਸ਼ਿਕਾਰ ਕੀਤਾ, ਬਾਜ ਦਾ ਪਿਛਲਾ ਜਨਮ ਦੱਸਿਆ, ਕਲਪ ਬਿਰਸ਼ ਦੇ ਫਲ ਲਿਆਂਦੇ, ਔਰੰਗਜ਼ੇਬ ਦੇ ਕੇਸ ਕਾਲੇ ਕੀਤੇ, ਜਮਨਾ ਨਦੀ ਤੇ ਤੁਰੇ, ਚੌਪੜ ਵੀ ਖੇਡੀ, ਹੈਜੇ ਦੀ ਬਿਮਾਰੀ ਵੀ ਹਟਾਈ, ਬਾਦਸ਼ਾਹ ਤੇ ਛਾਂ ਕੀਤੀ, ਪ੍ਰਸੂਤ ਦੀ ਪੀੜਾ ਵੀ ਹਟਾਈ, ਉਜਬਕ ਪਹਿਲਵਾਨ ਨੂੰ ਆਮ ਜੇ ਬੰਦੇ ਤੋਂ ਢਹਾਇਆ, ਅਲਾਉਦੀਨ ਦੀ ਮੌਤ ਦੱਸੀ, ਬਾਦਸ਼ਾਹ ਦਾ ਸੁਪਨਾ ਦੱਸਿਆ, ਬਾਦਸ਼ਾਹ ਦਾ ਖਾਧਾ ਹੋਇਆ ਦੱਸਿਆ, ਗਾਂ ਨੂੰ ਜਿਉਂਦਾ ਕੀਤਾ, ਤਸਬੀਹ ਲੱਭ ਕੇ ਦਿੱਤੀ, 6 ਰੁੱਤਾਂ ਦੇ ਫਲ ਇਕੱਠੇ ਕੀਤੇ, ਅੱਗ ਤੇ ਬਾਗ ਦਿਖਾਏ, ਸਮਾਧੀ ਵੀ ਲਾਗੇ ਦਿਖਾਈ, ਭੂਮੀ ਉੱਚੀ ਕੀਤੀ, ਜੇਠ ਦੇ ਮਹੀਨੇ ਵਿੱਚ ਠੰਡੀ ਠੰਡੀ ਹਵਾ ਵਗਾਈ, ਬਿਨਾਂ ਕਹਾਰਾਂ ਤੋਂ ਪਾਲਕੀ ਚਲਾਈ। ਕਿੰਨੀਆਂ ਕੁ ਕਰਾਮਾਤਾਂ ਗਿਣੀਏ, ਮਹਾਰਾਜ ਇੰਨੀਆਂ ਦਿਖਾਈਆਂ। ਗੁਰੂ ਮਹਾਰਾਜ ਸੁਣਦੇ ਰਹੇ, ਪਰ ਜਦੋਂ ਕਿਹਾ ਨਾ ਕਿ ਮਹਾਰਾਜ ਪੰਗਤੀ ਬਦਲੀ ਆ, ਉਦੋਂ ਸਤਿਗੁਰੂ ਕਹਿੰਦੇ ਸਾਡਾ ਜਿਹੜਾ ਪੁੱਤਰ ਹੈ ਇਹ ਨਲਾਇਕ ਨਿਕਲਿਆ ਹੈ, ਇਹ ਨਲਾਇਕ ਹੈ, ਭਇਓ ਨਲਾਇਕ ਧੀਰ ਨਾ ਰਹਿਓ। ਉਹ ਗੁਰਤਾ ਦੇ ਹੁਣ ਜੋਗ ਨਹੀਂ ਰਿਹਾ, ਨਲਾਇਕ ਹੈ ਜਿਹਨੇ ਗੁਰੂ ਦੀ ਬਾਣੀ ਹੀ ਬਦਲੀ ਆ ਬਾਦਸ਼ਾਹ ਨੂੰ ਖੁਸ਼ ਕਰਨ ਲਈ। ਇੱਕ ਬਾਦਸ਼ਾਹ ਨੂੰ ਖੁਸ਼ ਕਰਨ ਲਈ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਦੀਨ ਦੁਨੀ ਦੇ ਪਾਤਸ਼ਾਹ ਦੀ ਬਾਣੀ ਬਦਲੀ ਆ। ਇਹ ਮੂਰਖ ਹੈ, ਇਹ ਨਲਾਇਕ ਹੈ। ਇੱਥੋਂ ਤੱਕ ਆਪ ਜੀ ਨੇ ਇਹ ਵਾਲਾ ਜਿਹੜਾ ਪ੍ਰਸੰਗ ਸੀ ਪਿਆਰਿਓ, ਉਹ ਸਰਵਣ ਕੀਤਾ ਸੀ। ਸੋ ਆਓ ਅੱਗੇ ਹੁਣ ਇਸੇ ਪ੍ਰਸੰਗ ਤੋਂ ਅੱਗੇ ਹੀ ਕਵੀ ਜੀ ਹੁਣ ਆਖ ਰਹੇ ਨੇ, ਮਨ ਨੂੰ ਕਰੀਏ ਇਕਾਗਰ, ਬਿਰਤੀਆਂ ਨੂੰ ਜੋੜੀਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਤੇ ਸ੍ਰੀ ਗੁਰੂ ਜੀ ਕਾ ਜੋ ਇਤਿਹਾਸ ਹੈ ਆਓ ਪਿਆਰ ਦੇ ਨਾਲ ਕਰੀਏ ਸਰਵਣ ਜੀ। ਹਾਏ ਅਸ ਕੌਣ, ਹਾਏ ਅਸ ਕੌਣ ਜੋ ਤੈਨ ਪਦ ਫਰੇ, ਆਪਣੀ ਕੁਸਲ ਹੋਨ ਪੁਨ ਹੇਰੇ, ਹਮਨੇ ਕਰਿਓ ਪਠਾਵਨ ਜਵੈ, ਨਿਰਪੈ ਕਰਿਓ ਕੈ ਕਰ ਬਿਦ ਸਬੈ। ਕਵੀ ਜੀ ਫਰਮਾਉਂਦੇ ਹਨ ਕਿ ਐਸਾ ਕੌਣ ਹੈ ਜਿਹੜਾ ਕਿ ਉਹਨਾਂ ਦੇ ਬਾਕ ਨੂੰ ਉਲਟਾ ਸਕਦਾ ਹੈ, ਗੁਰਬਾਣੀ ਨੂੰ ਬਦਲ ਕੇ ਤੇ ਆਪਣੀ ਭਲਾਈ ਦੇਖੇ ਇਹਦੇ ਵਿੱਚ। ਇਸ ਕਰਕੇ ਗੁਰਬਾਣੀ ਨੂੰ ਤਰੋੜਨਾ ਜਾਂ ਇਦਾਂ ਪੇਸ਼ ਕਰਨਾ, ਉਹਦੇ ਨਾਲ ਕਿਹਨੇ ਸੁੱਖ ਪਾਇਆ ਹੈ। ਖੁਸ਼ਾਮਦ ਕਰੋ ਨ ਕੈਸੇ ਹੋਏ, ਜਥਾ ਰਥ ਬੋਲੋ ਤੈਸੇ। ਇਸ ਕਰਕੇ ਫਿਰ ਗੁਰੂ ਮਹਾਰਾਜ ਨੇ ਜਦੋਂ ਭੇਜਿਆ ਸੀ ਨਾ ਦਿੱਲੀ ਬਾਬਾ ਰਾਮ ਰਾਏ ਜੀ ਨੂੰ, ਇਹ ਆਖਿਆ ਸੀ ਕਿ ਤੇਰੀ ਰਸਨਾ ਤੇ ਹੁਣ ਵਾਹਿਗੁਰੂ ਦਾ ਵਾਸ ਹੈ। ਤੇਰੀ ਜਿਹੜੀ ਰਸਨਾ ਹੈ ਨਾ, ਉਹਦੇ ਤੇ ਅਕਾਲ ਪੁਰਖ ਦਾ ਵਾਸਾ, ਜੋ ਤੂੰ ਕਹੇਗਾ ਉਹ ਸੱਚ ਹੋ ਜਾਵੇਗਾ। ਮਿੱਟੀ ਮੁਸਲਮਾਨ ਕੀ ਜੋਏ, ਕਰ ਕਲਾਲ ਕੇ ਪ੍ਰਾਪਤ ਹੋਏ। ਪਰ ਜਿਹੜੇ ਬਾਬਾ ਰਾਮ ਰਾਏ ਜੀ ਸਨ ਨਾ, ਤੇ ਉਹਨਾਂ ਨੇ ਫਿਰ ਬਾਦਸ਼ਾਹ ਨੂੰ ਖੁਸ਼ ਕਰਨ ਲਈ ਪੰਗਤੀ ਬਦਲ ਦਿੱਤੀ। ਮਿੱਟੀ ਮੁਸਲਮਾਨ ਦੀ ਜਿਹੜੀ ਹੁੰਦੀ ਹੈ, ਉਹ ਘੁਮਿਆਰਾਂ ਦੇ ਹੱਥਾਂ ਵਿੱਚ ਜਦੋਂ ਆਉਂਦੀ ਹੈ, ਭਾਂਡੇ ਬਣਾਉਣ ਲਈ ਜਦੋਂ ਕਬਰ ਵਿੱਚੋਂ ਮਿੱਟੀ ਪੁੱਟਦੇ ਹਨ। ਈਟ ਜੋ ਭਾਂਡੇ ਕਰ ਕਰ ਤਰੇ,
ਪੁੰਨ ਚੋਂ ਦਿਸ ਪਾਵਕ ਪਰ ਜਰੈ। ਫਿਰ ਉਹ ਮਿੱਟੀ ਨੂੰ ਗੁੰਨ ਕੇ ਤੇ ਪਾਣੀ ਪਾ ਕੇ ਤੇ ਚੱਕ ਤੇ ਰੱਖਦੇ ਨੇ, ਚੱਕ ਨੂੰ ਘੁਮਾਉਂਦੇ ਨੇ, ਬਰਤਨ ਬਣਾਉਂਦੇ ਨੇ ਤੇ ਅੱਗ ਦੇ ਵਿੱਚ ਸਾੜਦੇ ਹਨ। ਇਸਮੇ ਅਸਮੰਜਸ ਕਿਆ ਜਾਨਾ, ਜਿਸ ਤੇ ਪਦ ਉਲਟਾਏ ਬਖਾਨਾ। ਇਸ ਕਰਕੇ ਇਹਦੇ ਵਿੱਚ ਉਲਟ ਕੀ ਜਾਣਿਆ ਹੈ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਜੀ ਨੇ ਸਹੀ ਤਾਂ ਆਖਿਆ ਹੈ ਨਾ, ਇਹਦੇ ਵਿੱਚ ਕੋਈ ਗਲਤ ਗੱਲ ਤਾਂ ਹੈ ਨਹੀਂ ਕਿ ਮੁਸਲਮਾਨਾਂ ਦੀ ਕਬਰ ਦੀ ਮਿੱਟੀ ਤੇ ਘੁਮਿਆਰ ਲੈ ਆਉਂਦੇ ਨੇ, ਫਿਰ ਉਹ ਤੋਂ ਬਰਤਨ ਬਣਾਉਂਦੇ ਨੇ, ਫਿਰ ਉਹਨੂੰ ਅੱਗ ਵਿੱਚ ਪਕਾਉਂਦੇ ਨੇ ਤੇ ਉਹ ਮਿੱਟੀ ਵੀ ਇੱਕ ਦਿਨ ਸੜਦੀ ਹੈ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਹਦੇ ਵਿੱਚ ਉਲਟ ਕੀ ਹੈ, ਜਾਣਿਆ ਨਹੀਂ ਜਾਂਦਾ ਹੈ। ਸ੍ਰੀ ਨਾਨਕ ਕਿਉ ਕੇ ਆਦਮ ਨ ਰਾਖਾ, ਤੁਰਕ ਮਾਨ ਹਿਤ ਬਿਰਪੈ ਭਾਖਾ। ਗੁਰੂ ਹਰਿ ਰਾਏ ਜੀ ਮਹਾਰਾਜ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਦੇਖੋ ਸਿੱਖ ਜੀ, ਸਾਡੇ ਭਾਵੇਂ ਵੱਡੇ ਪੁੱਤਰ ਨੇ ਪਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਅਦਬ ਨਹੀਂ ਕੀਤਾ। ਉਹਨਾਂ ਦੀ ਜਿਹੜੀ ਬਾਣੀ, ਇਤਨੀ ਪਿਆਰੀ ਬਾਣੀ, ਆਸਾ ਦੀ ਵਾਰ, ਉਹਦੀ ਪੰਕਤੀ ਬਦਲਤੀ ਆ। ਇੱਕ ਤੁਰਕ ਦਾ ਮਾਣ ਰੱਖਣ ਲਈ ਕਿ ਉਹ 13,000 ਰੁਪਏ ਰੋਜ਼ ਦਿੰਦਾ, ਸੋਨੇ ਦੀ ਪਾਲਕੀ ਦਿੰਦਾ ਹੈ, ਉੱਚੀ ਜਗ੍ਹਾ ਬਿਠਾਉਂਦਾ ਹੈ, ਬਸ ਇਸੇ ਦੀ ਖਾਤਰ ਤੁਰਕ ਦਾ ਮਾਣ ਰੱਖਣ ਲਈ ਉਲਟਾ ਬੋਲਿਆ ਬਾਣੀ ਦੇ ਬਾਰੇ ਵਿੱਚ। ਇੱਕ ਤੋਂ ਇਹ ਅਸਮੰਜਮ ਕੀਨਾ, ਗੁਰਤਾ ਉਚਤ ਨਹੀਂ ਲਖ ਲੀਨਾ। ਇੱਕ ਤਾਂ ਇਹ ਉਲਟਾ ਕੀਤਾ ਹੈ, ਇਸ ਤੋਂ ਅਸਾਂ ਨੇ ਜਾਣ ਲਿਆ ਕਿ ਉਹ ਗੁਰਤਾ ਦੇ ਅਨੁਕੂਲ ਨਹੀਂ ਹੈ, ਉਹ ਗੁਰਤਾ ਦੇ ਅਨੁਕੂਲ ਨਹੀਂ ਹੈ। ਇਸ ਤਾਂ ਕਰਕੇ ਤੇ ਅਸੀਂ ਜਾਣਿਆ ਕਿ ਹੁਣ ਜੋਗ ਨਹੀਂ ਰਿਹਾ ਗੁਰਤਾ ਗੱਦੀ ਦੇ। ਦੁਤੀਏ ਜਬ ਕੇ ਦਿੱਲੀ ਗਇਓ, ਬਾਰ ਬਾਰ ਅਜਮਤ ਕੋ ਦਇਓ। ਦੂਸਰਾ ਜਦੋਂ ਦਾ ਉਹ ਦਿੱਲੀ ਗਿਆ ਹੈ ਨਾ ਸਾਡਾ ਪੁੱਤਰ, ਮਹਾਰਾਜ ਜੀ ਕਹਿੰਦੇ ਬਾਰ ਬਾਰ, ਇੱਕ ਵਾਰ ਨਹੀਂ ਬਾਰ ਬਾਰ ਕਰਾਮਾਤਾਂ ਹੀ ਦਿਖਾਈ ਜਾਂਦਾ। 72 ਦਿਖਾਈਆਂ ਸੀ। ਇਤਿਹਾਸਕਾਰ ਕਹਿੰਦੇ ਕਿਤਨੀਆਂ ਤਾਂ ਆਪਾਂ ਗਿਣ ਵੀ ਦਿੱਤੀਆਂ ਨੇ ਨਾ, ਜਦੋਂ ਸ਼ੁਰੂ ਹੋਇਆ ਪ੍ਰਸੰਗ ਕਿੰਨੀਆਂ ਹੀ ਗਿਣੀਆਂ ਨੇ, ਤਾਂ ਇਦਾਂ 72 ਸੀ। ਮਹਾਰਾਜ ਕਹਿੰਦੇ ਇੱਕ ਨਹੀਂ, ਦੋ ਨਹੀਂ, ਬਾਰ-ਬਾਰ ਕਰਾਮਾਤਾਂ ਦਿਖਾਉਂਦਾ ਹੈ। ਬਿਨ ਕਾਰਜ ਤੇ ਕਰਤ ਰਹਿਓ ਹੈ, ਇਸ ਮੈਂ ਇਹ ਅਨੁਮਾਨ ਲਹਿਓ ਹੈ। ਮਹਾਰਾਜ ਕਹਿੰਦੇ ਜਿਹੜੇ ਕਾਰਜ ਨੂੰ ਆਪਾਂ ਸਧਾਰਨ ਤਰੀਕੇ ਨਾਲ ਕਰ ਸਕਦੇ ਹਾਂ, ਉਹਨੂੰ ਵੀ ਕਰਾਮਾਤ ਨਾਲ ਦਿਖਾਉਂਦਾ ਹੈ। ਭਾਵ ਜਦੋਂ ਕਿ ਕਹਾਰ ਜਿਹੜੇ ਸਨ ਨਾ ਗਏ ਹੋਏ ਸੀ ਤੇ ਪਾਲਕੀ ਉਡੀਕ ਲੈਣੀ ਚਾਹੀਦੀ ਸੀ, ਭਾਵ ਕਿ ਕਹਾਰ ਆਉਣਗੇ ਤੇ ਪਾਲਕੀ ਚੁੱਕਣਗੇ ਤੇ ਔਰੰਗਜ਼ੇਬ ਦੀ ਸਭਾ ਵਿੱਚ ਜਾਵਾਂਗਾ, ਪਰ ਬਾਬਾ ਰਾਮ ਰਾਏ ਜੀ ਤਾਂ ਕਹਿਣ ਲੱਗੇ ਕਿ ਕਿਉਂ ਨਾ ਮੈਂ ਹਵਾ ਵਿੱਚ ਹੀ ਲੈ ਜਾਵਾਂ। ਇਦਾਂ ਦੀਆਂ ਚੀਜ਼ਾਂ ਕੀਤੀਆਂ। ਤਾਂ ਮਹਾਰਾਜ ਕਹਿੰਦੇ ਜਿਹੜੀ ਚੀਜ਼ ਸਿੱਧੀ ਹੋ ਸਕਦੀ ਆ ਸਰਲ ਤਰੀਕੇ ਨਾਲ, ਆਮ ਸਧਾਰਨ, ਉਹਨੂੰ ਵੀ ਕਰਾਮਾਤ ਦਿਖਾਉਂਦੇ ਨੇ। ਇਦਾਂ ਫਿਰ ਬਿਨਾਂ ਕਿਸੇ ਕਾਰਜਾਂ ਤੋਂ ਹੀ ਕਰਾਮਾਤ ਕਰਦੇ ਰਹਿੰਦੇ ਹਨ। ਇਹ ਮੈਂ ਇਹ ਅਨੁਮਾਨ ਲਹਿਓ ਹੈ, ਜਾਚੀ ਵਸਤੂ ਲੇਤ ਜਿਮ ਕੋਏ, ਨਾ ਆਪਣੀ ਪਹਿਨਤ ਸੋਏ। ਜਿਵੇਂ ਕੋਈ ਮੰਗਵੀਂ ਚੀਜ਼ ਲੈਂਦਾ ਨਾ ਕਿਸੇ ਤੋਂ ਤੇ ਉਹ ਕਦਰ ਨਹੀਂ ਕਰਦਾ ਉਹਦੀ। ਜੇਕਰ ਕਿਸੇ ਦੀ ਆਪਣੀ ਮਿਹਨਤ ਦੇ ਨਾਲ ਕਮਾਈ ਹੋਵੇ, ਉਹਨੂੰ ਉਹਦੀ ਕਦਰ ਹੁੰਦੀ ਆ ਪਿਆਰਿਓ। ਗੁਰੂ ਮਹਾਰਾਜ ਜੀ ਕਹਿੰਦੇ ਫਿਰ ਇਹ ਮੰਗਵੀਂ ਸੀ ਨਾ, ਗੁਰੂ ਨਾਨਕ ਦੀ ਬਖਸ਼ਿਸ਼ ਮਿਲ ਗਈ, ਹੁਣ ਆਪਣੀ ਨਹੀਂ ਪਛਾਣੀ ਹੈ। ਜਿਤਨੋ ਲਾਭ ਲਿਓ ਤਾ ਜਾਏ, ਤਿਤੋ ਲੇਤ ਨਾ ਧੀਰਤ ਰਾਏ। ਉਹ ਵਸਤੂ ਦੇ ਪਾਸੋਂ ਜਿੰਨਾ ਵੀ ਲਾਭ ਲਿਆ ਜਾ ਸਕੇ ਓਨਾ ਹੀ ਲਾਭ ਲੈਂਦਾ ਹੈ, ਧੀਰਜ ਨਹੀਂ ਧਾਰਨ ਕਰਦਾ ਦਿਲ ਦੇ ਅੰਦਰ। ਮੁਝ ਟਗਰੈ ਨ ਜਾਣੇ ਐਸੇ, ਖਰਚ ਲਿਓ ਮੈਂ ਜੈਸੇ ਕੈਸੇ। ਜਿੱਦਾਂ ਕਿ ਬੇਗਾਨੇ ਪੈਸੇ ਹੁੰਦੇ ਨੇ, ਹੱਥ ਆਏ ਹੋਣ ਤੇ ਬੰਦਾ ਕਹਿੰਦਾ ਮੈਂ ਖਰਚਦਾ ਇਹਨੂੰ ਛੇਤੀ ਛੇਤੀ, ਆਪਣੇ ਹੋਣ ਤੇ ਸੰਭਾਲ ਸੰਭਾਲ ਰੱਖੇਗਾ। ਇਹ ਸ਼ਕਤੀਆਂ ਜਿਹੜੀਆਂ ਗੁਰੂ ਨਾਨਕ ਦੇ ਘਰ ਤੋਂ ਮਿਲੀਆਂ ਸੀ ਸਾਡੇ ਪੁੱਤਰ ਨੂੰ, ਤੇ ਉਹਨੇ ਫਿਰ ਖੂਬ ਖਰਚੀਆਂ ਨੇ, ਖੂਬ ਪ੍ਰਗਟਾਵਾ ਕੀਤਾ ਕਰਾਮਾਤਾਂ ਦੇ ਰੂਪ ਦੇ ਵਿੱਚ। ਅਸ ਪੁਰਸ਼ਨ ਟਗ ਇਹੋ ਪਹੁੰਚੇ ਹੈ,
ਨੈ ਦਖਰਾਏ ਸੀਸ ਕੋ ਦਹਿ। ਹੁਣ ਇਹ ਕਰਾਮਾਤ ਐਸੇ ਪੁਰਸ਼ਾਂ ਦੇ ਪਾਸ ਪਹੁੰਚੇਗੀ, ਉਹ ਕਰਾਮਾਤ ਨਹੀਂ ਦਿਖਾਉਣਗੇ, ਸਿਰ ਤਾਂ ਦੇ ਦੇਣਗੇ, ਸੀਸ ਤਾਂ ਦੇ ਦੇਣਗੇ, ਪਰ ਕਰਾਮਾਤ ਨਹੀਂ ਦਿਖਾਉਣਗੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਰ ਬਾਬਾ ਰਾਮ ਰਾਏ ਜੀ ਗੱਲ ਗੱਲ ਤੇ ਕਰਾਮਾਤ, ਪੈਰ ਪੈਰ ਤੇ ਕਰਾਮਾਤ ਦਿਖਾ ਰਹੇ ਹਨ। ਪੂਰਬ ਸ੍ਰੀ ਗੁਰੂ ਅਰਜਨ ਭੈ ਰੁਕੇ ਕੈਦ ਦੁਖ ਤਨ ਪਰ ਲੈ। ਹੁਣ ਗੁਰੂ ਹਰਿ ਰਾਏ ਜੀ ਸੰਗਤਾਂ ਨੂੰ ਕਹਿਣ ਲੱਗੇ, ਆਏ ਹੋਏ ਸਿੱਖ ਨੂੰ, ਜਿਹਨੇ ਆ ਕੇ ਸਾਰਾ ਹਾਲ ਦੱਸਿਆ ਸੀ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਜੀਵਨ ਦੇਖੋ, ਤੇ ਉਹ ਵੀ ਕਰਾਮਾਤ ਦਿਖਾ ਸਕਦੇ ਸੀ ਨਾ। ਸਭ ਕੁਝ ਉਹਨਾਂ ਦੇ ਪਾਸ ਸੀ, ਕੈਦ ਵਿੱਚ ਰਹੇ, ਗਰਮ ਗਰਮ ਰੇਤਾ ਉਹਨਾਂ ਦੇ ਸੀਸ 'ਚ ਪਾਇਆ ਗਿਆ। ਕਰਾਮਾਤ ਦਿਖਾਉਣੀ ਹੁੰਦੀ ਉਹ ਵੀ ਦਿਖਾ ਸਕਦੇ, ਪਰ ਨਹੀਂ। ਉਹਨਾਂ ਨੇ ਦੁੱਖਾਂ ਨੂੰ ਸਹਿਆ ਹੈ ਆਪਣੇ ਪਿੰਡੇ ਦੇ ਉੱਪਰ। ਪ੍ਰਾਨ ਹਾਨ ਲੈ ਸਰਬ ਸਹਾਰੀ ਮਹਾ ਸਖਤ ਜੁਤ ਧੀਰਜ ਧਾਰੀ। ਜਦੋਂ ਤੱਕ ਪ੍ਰਾਣਾਂ ਦਾ ਨਾਸ਼ ਨਹੀਂ ਨਾ ਹੋ ਗਿਆ ਤੇ ਸਭ ਕੁਝ ਸਹਾਰਿਆ ਹੈ। ਮਹਾ ਸ਼ਕਤੀ ਸੀ, ਚਾਹੁੰਦੇ ਤੇ ਸਭ ਕੁਝ ਕਰ ਸਕਦੇ ਸੀ, ਤੇ ਪਰ ਉਹਨਾਂ ਨੇ ਭਰੋਸਾ ਅਕਾਲ ਪੁਰਖ ਤੇ ਰੱਖਿਆ, ਕਰਾਮਾਤ ਨਹੀਂ ਦਿਖਾਈ ਹੈ। ਤੌਨ ਅਜਮਤ ਕਤ ਕਦ ਦਿਖਾਈ ਕਰ ਕਰ ਦਰ ਬਲੋ ਦਲਬ ਦੁਰਾਈ। ਜਿੱਦਾਂ ਕਿ ਇੱਕ ਕਵੀ ਜੀ ਕਹਿੰਦੇ, ਕੰਜੂਸ ਬੰਦਾ ਧਨ ਹੁੰਦਾ ਉਹਦੇ ਕੋਲੇ ਲੁਕੋ ਲੁਕੋ ਰੱਖਦਾ ਹੈ ਨਾ। ਗੁਰੂ ਮਹਾਰਾਜ ਨੇ ਕਰਾਮਾਤ ਨੂੰ ਸੀ ਸਭ ਕੁਝ ਕੋਲੇ, ਪਰ ਇਦਾਂ ਹੀ ਰੱਖਿਆ, ਕਰਾਮਾਤ ਨਹੀਂ ਦਿਖਾਈ ਹੈ। ਤਨ ਕੇ ਉਚਤ ਦੇਨ ਕਉ ਇਹੀ ਕਰੇ ਦਰਾਵਨ ਬਹੁ ਜੈ ਕਹੀ। ਅੱਗੇ ਵੀ ਅਜਿਹੇ ਪੁਰਸ਼ ਹੀ ਗੁਰਤਾ ਪਾਉਣਗੇ, ਸਿਰ ਦੇ ਦੇਣਗੇ, ਧੀਰਜ ਧਾਰ ਕੇ ਰਹਿਣਗੇ। ਇਹ ਕਰਾਮਾਤ ਉਹਨਾਂ ਨੂੰ ਹੀ ਦੇਣੀ ਉਚਿਤ ਹੈ ਜਿਹੜੇ ਇਹਨੂੰ ਲੁਕੋ ਲੁਕੋ ਰੱਖਦੇ ਨੇ। ਬਾਬਾ ਰਾਮ ਰਾਏ ਜੀ ਨੂੰ ਦੇ ਕੇ ਤਾਂ ਸਭ ਤੋਂ ਵੱਡੀ ਭੁੱਲ ਹੋਈ ਆ, ਜਿਨ੍ਹਾਂ ਨੇ ਪੈਰ ਪੈਰ ਤੇ ਕਰਾਮਾਤ ਹੀ ਪ੍ਰਗਟ ਕੀਤੀ ਹੈ। ਤ੍ਰਿਤੀਏ ਔਰ ਸੁਣੋ ਤਿਸ ਬਾਤ ਜਿਮ ਕੀਨ ਸਭ ਕੇ ਬਖਿਆਤ। ਤੀਸਰੀ ਗੱਲ ਮਹਾਰਾਜ ਜੀ ਕਹਿੰਦੇ ਉਹਦੀ ਇਹ ਸੁਣੋ, ਜਿਵੇਂ ਉਹਨੇ ਕੀਤਾ ਹੈ, ਜਿਹੜੀ ਗੱਲ ਸਾਰਿਆਂ ਦੇ ਵਿੱਚ ਪ੍ਰਗਟ ਸੀ, ਜਾਣਦੇ ਹਾਂ। ਕੀਰਤਪੁਰ ਤੇ ਜਬ ਕੋ ਗਏ ਆਏ ਨਹੀਂ ਪੁਨ ਦੇਖਤ ਭੈ। ਜਦੋਂ ਦੇ ਬਾਬਾ ਰਾਮ ਰਾਏ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਗਏ ਸੀ ਨਾ, ਤੇ ਉਦੋਂ ਦੇ ਵਾਪਸ ਹੀ ਨਹੀਂ ਮੁੜੇ, ਵਾਪਸ ਨਹੀਂ ਆਏ। ਭਾਵ ਕਿ ਉਹਨਾਂ ਨੂੰ ਉੱਥੋਂ ਵਾਲੀ ਸ਼ੌਹਰਤ, ਉੱਥੋਂ ਵਾਲਾ ਰਹਿਣ ਸਹਿਣ, ਬਾਦਸ਼ਾਹ ਦੀ ਦਿੱਤੀ ਸੋਭਾ ਵਡਿਆਈ ਪਸੰਦ ਆ। ਮਹਾਰਾਜ ਕਹਿੰਦੇ ਇਹ ਤਾਂ ਅਸੀਂ ਵੇਖਦੇ ਪਏ ਹਾਂ। ਮਨ ਮੇ ਲਖੀ ਜੋ ਹੈ ਟਗ ਮੇਰੇ ਮਿਲੋ ਜਾਏ ਸੋ ਲੈ ਨਾ ਫੇਰੇ। ਮਨ ਦੇ ਵਿੱਚ ਇਹ ਸਮਝ ਆ ਕਿ ਜੋ ਮੇਰੇ ਕੋਲੇ ਕਰਾਮਾਤਾਂ ਨੇ, ਜੇ ਕਿਤੇ ਮੈਂ ਕੀਰਤਪੁਰ ਸਾਹਿਬ ਚਲਾ ਗਿਆ, ਕਿਤੇ ਗੁਰੂ ਪਿਤਾ ਜੀ ਵਾਪਸੀ ਨਾ ਖੋ ਲੈਣ। ਮਨ ਦੇ ਵਿੱਚ ਇਹ ਆ ਗਿਆ ਸੀ। ਬਾਬਾ ਰਾਮ ਰਾਏ ਜੀ ਤਾਂ ਹੀ ਇਹ ਦਿੱਲੀ ਰਹਿ ਪਏ ਸੀ ਨਾ, ਵਾਪਸ ਨਹੀਂ ਮੁੜੇ। ਜੇ ਮੈਂ ਵਾਪਸ ਚਲਿਆ ਗਿਆ, ਮਹਾਰਾਜ ਕਹਿੰਦੇ ਇਦਾਂ ਸੋਚਦਾ ਹੈ। ਸਤਿਗੁਰੂ ਵੀ ਮਨ ਪੜ੍ਹ ਲੈਂਦੇ ਨੇ, ਨਾਲੇ ਉਹਨਾਂ ਦੇ ਪੁੱਤਰ ਨੇ, ਸਭ ਜਾਣਦੇ ਨੇ। ਕਹਿੰਦੇ ਤਾਂ ਨਹੀਂ ਆਇਆ ਮੇਰਾ ਜਿਹੜਾ ਪੁੱਤਰ ਆ ਨਾ, ਕੀਰਤਪੁਰ ਮੁੜਿਆ ਹੀ ਨਹੀਂ, ਦਿੱਲੀ ਹੋਈ ਬੈਠਾ ਹੈ, ਕਿ ਪਿਤਾ ਜੀ ਨੇ ਵਾਪਸ ਲੈ ਲੈਣੀਆਂ ਉਹ ਸਾਰੀਆਂ ਚੀਜ਼ਾਂ ਜੋ ਕਿਸੇ ਸਮੇਂ ਦਿੱਤੀਆਂ ਹਨ। ਜਚਤ ਕੇ ਗਵਨਿਓ ਨਰੰਗ ਗਇਓ ਆਪ ਤਿਸ ਮਾਰਗ ਸੰਗ। ਜਿੱਧਰ ਜਿੱਧਰ ਨੂੰ ਫਿਰ ਉਹ ਰੰਗਜੇਬ ਜਾਂਦਾ ਹੈ, ਉਹਦੇ ਨਾਲ ਹੀ ਜਾਂਦੇ ਨੇ, ਉਸੇ ਮਾਰਗ ਤੇ ਤੁਰਨਾ ਕੀਤਾ ਹੈ। ਕਰ ਕਰ ਕਹੂੰ ਕਹੂੰ ਬਸਰਾਮ ਪੁਨ ਪਹੁੰਚਿਓ ਦਿੱਲੀ ਪੁਰ ਧਾਮ। ਕਿਤੇ ਕਿਤੇ ਵਿਸ਼ਰਾਮ ਕਰਕੇ ਦਿੱਲੀ ਦੇ ਵਿੱਚ ਫਿਰ ਪੁੱਜਾ ਹੈ, ਫਿਰ ਜਾ ਕੇ ਬਾਹਰ ਫਿਰ ਦਿੱਲੀ ਆ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਦੱਸਣਾ ਕਰਦੇ ਹਨ ਜੀ। ਉਤ ਹੀ ਵਿਚਰੇ ਆਵਤ ਜਾਤੇ ਮਿਲੋ ਨਾ ਕਿਉਂ ਹੋ ਧਨ ਮੰਡ ਰਾਤੇ। ਉੱਥੇ ਹੀ ਆਉਂਦਾ ਜਾਂਦਾ ਵਿਚਰਦਾ ਹੈ, ਤੇ ਇਸ ਕਰਕੇ ਉਹਦਾ ਜਿਹੜਾ ਮਨ ਆ ਨਾ, ਮਹਾਰਾਜ ਕਹਿੰਦੇ ਹੁਣ ਪੈਸੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ। ਸਾਡੇ ਸੁਪੁੱਤਰ ਦਾ ਮਨ ਦੌਲਤ ਵਿੱਚ ਰੰਗਿਆ ਗਿਆ, ਕਿਉਂਕਿ ਬਾਦਸ਼ਾਹ 13,000 ਰੁਪਈਆ ਇੱਕ ਦਿਨ ਦੀ ਕਮਾਈ ਖੁਸ਼ ਹੋ ਕੇ ਦਿੰਦਾ ਕਰਾਮਾਤਾਂ ਤੋਂ, ਤੇ ਹੁਣ ਉਹਨਾਂ ਨੂੰ ਦੌਲਤ ਚੰਗੀ ਲੱਗਦੀ ਆ, ਬਾਣੀ ਨਹੀਂ। ਬਾਣੀ ਤਾਂ ਉਹਨਾਂ ਲਈ ਹੁਣ ਕੁਝ ਵੀ ਨਹੀਂ ਰਹੀ, ਕਿਉਂਕਿ ਮਿੱਟੀ ਮੁਸਲਮਾਨ ਕੀ ਤੋਂ
ਮਿੱਟੀ ਬੇਈਮਾਨ ਕੀ ਕਰ ਦਿੱਤਾ। ਮਨ ਜਿਹੜਾ ਹੈ ਨਾ ਪੁੱਤਰ ਦਾ ਸਾਡੇ, ਉਹ ਧਨ ਦੇ ਵਿੱਚ ਰੰਗਿਆ ਗਿਆ ਹੈ। ਵੱਡ ਐਸਵਰ ਰਜ ਆਵਤ ਜਾਤੇ, ਮੇਰੋ ਨਾ ਕਿਉਂ ਹੂੰ ਤਨ ਮਨ ਰਾਤੇ। ਇੰਨੀ ਜਿਹੜੀ ਦੌਲਤ ਦੇਖ ਕੇ ਤੇ ਮਨ ਡੋਲ ਗਿਆ ਹੈ। ਸਤਿਗੁਰੂ ਜੀ ਦੇ ਹਿਰਦੇ ਦੇ ਆਸ਼ੇ ਨੂੰ ਭੁੱਲਣਾ ਕੀਤਾ ਹੈ ਹੁਣ। ਵੱਡਾ ਐਸ ਬਸੁਰਜ ਹੋਰ ਕਰ ਫੁੱਲਾ, ਆਥੇ ਸਤਿਗੁਰ ਔਰ ਤੇ ਭੁੱਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਬ ਹਮਰੇ ਮੁਖ ਲਾਗੇ ਨਾਹੀ, ਰਹੋ ਆਪ ਤੁਰ ਕੇ ਸੁਰ ਪਾਹੀ। ਕਹਿੰਦੇ ਹੁਣ ਸਾਡੇ ਮੂੰਹ ਨਾ ਲੱਗੇ ਤਾਂ ਬਿਹਤਰ ਹੋਵੇਗਾ। ਸਾਡੇ ਮੁਖ ਨਾ ਲੱਗੇ, ਮੂੰਹ ਨਾ ਲੱਗੇ, ਹੁਣ ਬਾਦਸ਼ਾਹ ਦੇ ਕੋਲ ਹੀ ਰਹੇ। ਸੰਗਤਾਂ ਦੇ ਵਿੱਚ ਤੇ ਸਿੱਖਾਂ ਨੂੰ ਸੁਣਾ ਕੇ ਮਹਾਰਾਜ ਨੇ ਗੱਲ ਆਖੀ ਹੈ, ਜਦੋਂ ਛੋਰੇ ਅਬ ਤੇ ਮੇਲੇ ਹਮਰੋ ਵੇਲ ਹਮਾਰੋ, ਕਰ ਐਸ ਬਰਜ ਕੋ ਰਹਿ ਸੁਖਾਰੋ। ਹੁਣ ਸਾਡੇ ਨਾਲ ਜਿਹੜਾ ਮੇਲ ਜੋਲ ਆ ਨਾ, ਜਿਹੜਾ ਸਾਕ ਹੈ ਖੂਨ ਦਾ ਰਿਸ਼ਤਾ ਪਿਤਾ ਤੇ ਪੁੱਤਰ ਦਾ, ਉਹ ਵੀ ਛੱਡ ਦੇਵੇ। ਧਨ ਦੌਲਤ ਨੂੰ ਹੁਣ ਪਾ ਲਵੇ, ਸੁੱਖ ਆਰਾਮ ਹੀ ਉਹਨੂੰ ਚੰਗੇ ਲੱਗਦੇ ਨੇ ਨਾ, ਤੇ ਉਹਦੇ ਵਿੱਚ ਹੀ ਰਹੇ, ਸੁਖਾਲਾ ਰਹੇ, ਪਰ ਸਾਡੇ ਨਾਲ ਬੋਲਣਾ ਛੱਡ ਦੇਵੇ ਹੁਣ। ਕਰ ਐਸ ਬਰਜ ਕੋ ਰਹਿ ਸੁਖਾਰੋ, ਦਰਸੇ ਨੈ ਦਰਸਾਵੈ ਦਰਸ਼ਨ। ਕਰੋ ਤੁਰਕ ਲక్ష్ਮੀ ਸੋ ਸਪਰਸਨ। ਇਸ ਕਰਕੇ ਕਹਿੰਦੇ ਨਾ ਤਾਂ ਅਸੀਂ ਉਹਨੂੰ ਵੇਖਾਂਗੇ ਤੇ ਨਾ ਹੀ ਮਹਾਰਾਜ ਕਹਿੰਦੇ ਆਪਣੇ ਦਰਸ਼ਨ ਕਰਾਵਾਂਗੇ ਕਦੇ। ਹੁਣ ਉਹਨੂੰ ਬਹੁਤ ਪੈਸੇ ਹੀ ਪਿਆਰੇ ਨੇ ਨਾ, ਉਹ ਦੌਲਤ ਪਿਆਰੀ ਆ, ਸ਼ੌਹਰਤ ਪਿਆਰੀ ਆ, ਤੇ ਰੱਖੇ ਉਹ ਆਪਦੀ ਦੌਲਤ, ਉਹਦੇ ਨਾਲ ਹੀ ਮੇਲ ਜੋੜ ਰੱਖਣਾ ਕਰੇ ਹੁਣ। ਇਤ ਮੁਖ ਕਰ ਇਕ ਦੇਸ ਨਾ ਆਵੋ, ਉਤ ਹੀ ਤਸ ਕਰ ਵੈਸ ਬਤਾਵੋ। ਇੱਧਰ ਮੂੰਹ ਕਰਕੇ ਇੱਥੇ ਦੇਸ਼ ਨਾ ਆਵੇ, ਉੱਥੇ ਹੀ ਵਸ ਕੇ ਹੁਣ ਆਪਦੀ ਜਿਹੜੀ ਰਹਿੰਦੀ ਉਮਰ ਆ ਨਾ, ਬਾਕੀ ਜਿੰਨੇ ਦਿਨ ਮਹਾਰਾਜ ਨੇ ਅਕਾਲ ਪੁਰਖ ਨੇ ਦਿੱਤੇ ਨੇ, ਹੁਣ ਔਰੰਗਜ਼ੇਬ ਦੇ ਕੋਲ ਹੀ ਰਹਿ ਕੇ ਗੁਜ਼ਾਰੇ। ਹੁਣ ਇੱਧਰ ਆਉਣ ਦੀ ਕੋਈ ਲੋੜ ਨਹੀਂ, ਜਿੱਧਰ ਮੂੰਹ ਹੈ ਉਧਰ ਨੂੰ ਚਲਿਆ ਜਾਵੇ ਹੁਣ। ਅਪਰਾਧੀ ਸ੍ਰੀ ਨਾਨਕ ਕੇਰ, ਹਮ ਸੋ ਨੇਰ ਹੋਏ ਕੈਂ ਫੇਰ। ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਰਾਧੀ ਆ, ਉਹ ਸਾਡੇ ਨੇੜੇ ਕਿਵੇਂ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪਿਆਰੀ ਬਾਣੀ, ਰੱਬੀ ਬਾਣੀ, ਅਗਮ ਬਾਣੀ, ਤੇ ਐਸੀ ਬਾਣੀ ਖਸਮ ਕੀ ਬਾਣੀ, ਉਹਦੇ ਬੋਲਾਂ ਨੂੰ ਉਹਨੇ ਬਦਲਿਆ ਹੈ। ਇਹ ਉਹਦਾ ਵੱਡਾ ਅਪਰਾਧ ਹੈ, ਗੁਨਾਹ ਹੈ, ਫਿਰ ਸਾਡੇ ਨੇੜੇ ਕਿਵੇਂ ਹੋ ਸਕਦਾ ਹੈ। ਨਿਜ ਮਨ ਤੇ ਹਮ ਤਿਆਗਣ ਕਰਿਓ, ਗੁਰਤਾ ਪਰ ਪਦ ਸੇ ਪਰ ਹਰਿਓ। ਇਸ ਕਰਕੇ ਨਾ ਅਸੀਂ ਉਹਨੂੰ ਆਪਣੇ ਮਨ ਤੋਂ ਤਿਆਗ ਦਿੱਤਾ ਹੈ। ਗੁਰਤਾ ਜਿਹੜੀ ਗੱਦੀ ਸੀ ਨਾ, ਇਹਦੀ ਪਦਵੀ ਹੋ ਸਕਦਾ ਕਿ ਉਹਨੂੰ ਦੇ ਦਿੰਦੇ, ਪਰ ਹੁਣ ਕੋਹਾਂ ਦੂਰ ਕਰ ਦਿੱਤਾ ਹੈ ਇਸ ਗੱਦੀ ਤੋਂ ਉਸ ਨੂੰ। ਉਸ ਕੋ ਧੁਰ ਤੇ ਬਖਸ਼ ਕਰੀ, ਤਿਸ ਕੋ ਹੋਏ ਪ੍ਰਾਪਤ ਲੈ ਜਰੀ। ਹੁਣ ਤਾਂ ਜਿਸ ਨੂੰ ਧੁਰੋਂ ਬਖਸ਼ਿਸ਼ ਹੋਵੇਗੀ ਗੁਰੂ ਨਾਨਕ ਦੀ ਗੱਦੀ ਦੀ, ਉਹਨੂੰ ਹੀ ਇਹ ਪ੍ਰਾਪਤ ਹੋਵੇਗੀ। ਜਿਹੜੇ ਲੈ ਕੇ ਅਜਰ ਨੂੰ ਜਰਨਗੇ ਉਹੀ ਪ੍ਰਾਪਤ ਕਰ ਸਕਦੇ ਹਨ। ਅਜਰ ਬਾਤ ਕੋ ਜੋ ਕੋ ਜਰ ਜਾਵੈ, ਤਹ ਪ੍ਰਾਪਤ ਅਪਰ ਨ ਪਾਵੈ। ਨਾ ਜਰੀ ਜਾਣ ਵਾਲੀ ਵਸਤੂ ਨੂੰ ਜਿਹੜੇ ਜਰ ਜਾਂਦੇ ਨੇ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੌਗਾਤ ਗੁਰੂ ਨਾਨਕ ਦੀ ਹੋਰ ਕੋਈ ਨਹੀਂ ਪਾ ਸਕਦਾ ਹੈ ਜੀ। ਹਿਰਦਾ ਗੰਭੀਰ ਸਤੀਰਜ ਹੋਏ, ਖਿਮਾ ਆਦ ਗੁਣ ਸੰਗ੍ਰਹਿ ਸੋਏ। ਗੁਰੂ ਨਾਨਕ ਦੀ ਗੱਦੀ ਗੁਣਾਂ ਨੂੰ ਮਿਲਦੀ ਆ। ਜਿਹਦੇ ਹਿਰਦੇ ਦੇ ਵਿੱਚ ਧੀਰਜ ਹੋਵੇ ਨਾ, ਜਿਹਦਾ ਹਿਰਦਾ ਗਹਿਰ ਗੰਭੀਰ ਹੋਵੇ, ਜਿਹਦੇ ਵਿੱਚ ਮਾਫੀ ਕਰਨ ਦਾ ਜਿਗਰਾ ਹੋਵੇ, ਆਦ ਗੁਣ ਹੋਣ, ਤੇ ਉਹਨੂੰ ਹੀ ਇਹ ਪ੍ਰਾਪਤ ਹੋ ਸਕਦੀ ਹੈ ਜੀ। ਸੋ ਇਸ ਕੇ ਬਾਸ਼ਨ ਅਤ ਸੁੱਚਾ, ਕਰੇ ਪਚਾਵਨ ਅਦ ਪਦ ਉੱਚਾ। ਗੁਰਤਾ ਦਾ ਉਹੀ ਅਤ ਸੁੱਚਾ ਬਰਤਨ ਹੈ, ਤੇ ਉਹੀ ਇਸ ਪਦ ਨੂੰ ਪਾ ਸਕਦਾ ਹੈ ਜਿਨ੍ਹਾਂ ਦੇ ਵਿੱਚ ਗੁਣ ਹੁੰਦੇ ਨੇ। ਪਰ ਬਾਬਾ ਰਾਮ ਰਾਏ ਜੀ ਦਾ ਇਹ ਅਵਗੁਣ ਹੈ ਕਿ ਉਹਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਦੀ ਤੁਕ ਬਦਲੀ। ਇਹ ਨਾ ਮਾਫ ਕਰਨ ਯੋਗ ਹੈ, ਮਾਫ ਨਹੀਂ ਕੀਤੀ ਜਾ ਸਕਦੀ। ਐਸੀ ਗਲਤੀ ਅਪਰਾਧ ਹੋ ਗਿਆ ਹੈ। ਉਹ ਗਦ ਸ਼ੇਰਨੀ ਕੋ ਜੋ ਕਿਨਾਰੇ, ਕੰਚਨ ਕਿਉ ਬਾਸਨ ਤਸ ਧਾਰੇ। ਇਸ ਕਰਕੇ ਜੋ ਸ਼ੇਰਨੀ ਦਾ ਦੁੱਧ ਕੱਢੇ ਤੇ ਸੋਨੇ ਦਾ ਭਾਂਡਾ ਵੀ ਉਹੀ ਰੱਖ ਸਕਦਾ ਹੈ।
ਇਸ ਕਰਕੇ ਦੂਜਾ ਨਹੀਂ ਕੋਈ ਕਰ ਸਕਦਾ। ਇਹ ਗੁਰਤਾ ਗੱਦੀ ਤੇ ਮਿਲਣੀ ਹਰ ਕਿਸੇ ਦੇ ਵੱਸ 'ਚ ਨਹੀਂ। ਇਹਨੂੰ ਸਾਂਭਣ ਲਈ ਬੜਾ ਜਿਗਰਾ, ਬੜਾ ਧੀਰਜ, ਬੜਾ ਹੌਸਲਾ ਤੇ ਬੰਦਗੀ ਚਾਹੀਦੀ ਹੁੰਦੀ ਹੈ। ਅਪਰ ਪ੍ਰਾਂਤ ਕੋ ਕਰਨ ਜੋ ਜੋਰ, ਪਰਿਉ ਦੈਤ ਹੈ ਤਤ ਸਨ ਫੋਰ। ਇਸ ਕਰਕੇ ਸ਼ੇਰਨੀ ਦਾ ਦੁੱਧ ਜੇਕਰ ਕਵੀ ਜੀ ਕਹਿੰਦੇ ਕਿ ਕਿਸੇ ਹੋਰ ਬਰਤਨ 'ਚ ਪਾਈਏ ਸੋਨੇ ਤੋਂ ਬਿਨਾ, ਤੇ ਉਹ ਤਾਂ ਭਾਂਡੇ ਨੂੰ ਤੋੜ ਦਿੰਦਾ ਹੈ ਨਾ। ਇਦਾਂ ਗੁਰਤਾ ਗੱਦੀ ਵੀ ਹਰ ਕਿਸੇ ਦੇ ਅੰਦਰ ਨਹੀਂ ਵਸ ਸਕਦੀ। ਗੁਰੂ ਨਾਨਕ ਦੀ ਜੋਤ ਤੇ ਵਿਰਲਿਆਂ ਦੇ ਹਿੱਸੇ ਆਉਂਦੀ ਹੈ। ਜਮਤ ਸੋਦਰ ਦਾ ਹਵ ਚਾਹੀ, ਉਚਤ ਹੈ ਜੋ ਬਹੁਤੇ ਨਾਹੀ। ਜਿਹਦਾ ਹਿਰਦਾ ਸ਼ੁੱਧ ਹੋਵੇਗਾ ਉਹਨੂੰ ਹੀ ਗੁਰਤਾ ਗੱਦੀ ਮਿਲਦੀ ਆ। ਪਰ ਬਾਬਾ ਰਾਮ ਰਾਏ ਜੀ ਹੁਣ ਉਹਨਾਂ ਨੇ ਤਾਂ ਪੰਕਤੀ ਬਦਲ ਕੇ ਸਬੂਤ ਦੇ ਦਿੱਤਾ ਕਿ ਉਹ ਨਹੀਂ ਇਹਦੇ ਯੋਗ ਹਨ, ਉਹ ਗੁਰਤਾ ਦੇ ਲਾਇਕ ਨਹੀਂ। ਜੋ ਗੁਰਤਾ ਦੇ ਲਾਇਕ ਹੈ ਉਹਨੂੰ ਹੀ ਇਹ ਗੱਦੀ ਮਿਲ ਸਕਦੀ ਹੈ। ਜਰੇ ਅਜਰ ਨਹੀਂ ਕਿਸੇ ਦਿਖਾਵੇ, ਸੀਸ ਹਾਨ ਲਗ ਸਿਗਰ ਸਿਰ ਪਗਟਾਵੇ। ਨਾ ਜਰੇ ਜਾਣ ਵਾਲੇ ਨੂੰ, ਜਰੇ ਤੇ ਕਿਸੇ ਨੂੰ ਕਰਾਮਾਤ ਨਾ ਦਿਖਾਵੇ, ਸੀਸ ਦੀ ਕੁਰਬਾਨੀ ਕਰ ਦਵੇ ਪਰ ਕਰਾਮਾਤ ਨਾ ਦਿਖਾਵੇ। ਐਸਿਆਂ ਨੂੰ ਹੀ ਗੁਰਤਾ ਗੱਦੀ ਮਿਲਦੀ। ਜਿਵੇਂ ਗੁਰੂ ਤੇਗ ਬਹਾਦਰ ਜੀ ਸਨ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਉਹਨਾਂ ਨੇ ਧਰਮ ਦੀ ਖਾਤਰ ਬਲੀਦਾਨ ਤਾਂ ਕਰਤਾ, ਪਰ ਮੁਖ ਤੋਂ ਸੀ ਨਹੀਂ ਸੀ ਆਖਿਆ ਤੇ ਕੋਈ ਕਰਾਮਾਤ ਨਹੀਂ ਦਿਖਾਈ। ਤੇ ਮਹਾਰਾਜ ਕਹਿੰਦੇ ਉਹਨਾਂ ਲਈ ਹੁੰਦੀ ਆ ਗੁਰਤਾ ਗੱਦੀ ਜਿਹੜੇ ਕਿ ਦੁੱਖਾਂ ਨੂੰ ਜਰ ਜਾਂਦੇ ਨੇ, ਕਰਾਮਾਤ ਨਹੀਂ ਦਿਖਾਉਂਦੇ, ਉਹਨਾਂ ਨੂੰ ਇਹ ਗੁਰਤਾ ਗੱਦੀ ਮਿਲ ਜਾਂਦੀ ਹੈ। ਨਿਜ ਤੀਰ ਤੇ ਚਲੇ ਨਾ ਐਸੇ, ਲਗੇ ਬਾਉ ਗੁਰ ਮੀਰ ਜੈਸੇ। ਜਿਹੜਾ ਧੀਰਜ ਦੇ ਨਾਲ ਨਹੀਂ ਚੱਲਦਾ ਹੈ ਉਹ ਹਵਾ ਲੱਗਣ ਦੇ ਨਾਲ ਸਮੇਰ ਪਰਬਤ ਜਿਵੇਂ ਡਿੱਗ ਪਵੇ, ਧੜਾਮ ਕਰਕੇ ਇਦਾਂ ਡਿੱਗ ਪੈਂਦਾ ਹੈ। ਇਤਿਆਤਕ ਸੁਤ ਕੇ ਲਖ ਦੋਖ, ਤਿਆਗੋ ਸ੍ਰੀ ਹਰਿ ਰਾਏ ਸਰੋਖ। ਇਵੇਂ ਫਿਰ ਸੰਗਤ ਦੇ ਵਿੱਚ ਸਭਾ ਸਜੀ ਹੋਈ ਸੀ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਮਹਾਰਾਜ ਨੇ ਤੇ ਇਦਾਂ ਆਖਿਆ ਕਿ ਅਸੀਂ ਆਪਣੇ ਪੁੱਤਰ ਨੂੰ ਅੱਜ ਤਿਆਗਦੇ ਹਾਂ, ਸਾਡਾ ਉਹਦੇ ਨਾਲ ਕੋਈ ਨਾਤਾ ਨਹੀਂ। ਇਸ ਕਰਕੇ ਕਿ ਉਹਨੇ ਗੁਰੂ ਨਾਨਕ ਦੀ ਬਾਣੀ ਦਾ ਅਦਬ ਨਹੀਂ ਕੀਤਾ। ਇਸ ਗੱਲ ਤੋਂ ਹੀ ਅਸੀਂ ਨਾਤਾ ਤੋੜਦੇ ਹਾਂ। ਜਿੱਧਰ ਨੂੰ ਉਹਦਾ ਮੁਖ ਹੈ ਉਧਰ ਨੂੰ ਚਲਿਆ ਜਾਵੇ। ਬਾਦਸ਼ਾਹ ਕੋਲ ਰਹੇ, ਦਿੱਲੀ ਰਹੇ, ਉਹ ਪੈਸੇ ਜਿਹਦੀ ਖਾਤਰ ਇਹ ਸਭ ਹੋਇਆ, ਉਹਨਾਂ ਵਿੱਚ ਭਾਵੇਂ ਗੂੜੀ ਨੀਂਦ ਸੌਵੇਂ ਪਰ ਸਾਡੇ ਨਾਲ ਨਹੀਂ ਨਾਤਾ ਹੋਵੇਗਾ। ਇਦਾਂ ਮਹਾਰਾਜ ਨੇ ਤਿਆਗਿਓ ਸ਼੍ਰੀ ਹਰਿ ਰਾਏ ਸਰੋਖ। ਪੁੱਤਰਾਂ ਨੂੰ ਤਿਆਗਣਾ ਬੜਾ ਔਖਾ ਹੁੰਦਾ ਸੰਗਤ ਜੀ। ਇਦਾਂ ਫਿਰ ਮਹਾਰਾਜ ਨੇ ਬਾਣੀ ਦਾ ਅਦਬ ਕਰਦੇ ਹੋਏ ਪੁੱਤਰ ਨੂੰ ਤਿਆਗ ਦਿੱਤਾ ਹੈ। ਡੰਡ ਬਸਾਲ ਨਾ ਇਸ ਤੇ ਪਰੇ, ਮਿਲ ਕੇ ਕਬੂ ਨਾ ਦਰਸ਼ਨ ਕਰੇ। ਇਦੋਂ ਵੱਡਾ ਹੋਰ ਕੀ ਦੁੱਖ ਹੋ ਸਕਦਾ ਹੈ ਕਿ ਗੁਰੂ ਦੇ ਦਰਸ਼ਨ ਨਾ ਹੋਣ। ਮਹਾਰਾਜ ਨੇ ਆਖਿਆ ਸੀ ਸਾਡੇ ਮੱਥੇ ਨਾ ਲੱਗਿਓ ਸ਼੍ਰੀ ਰਾਮ ਰਾਏ ਪੁੱਤਰ ਜੀ, ਤੇ ਅਸੀਂ ਤੁਹਾਡੇ ਮੱਥੇ ਨਹੀਂ ਲੱਗਦੇ। ਅਜਿਹਾ ਹੁਕਮ ਸੀ। ਇਦੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਆ ਜਦੋਂ ਆਪਦੇ ਪਿਆਰੇ ਦੇ ਦਰਸ਼ਨ ਹੀ ਨਾ ਹੋਣ, ਜਦੋਂ ਗੁਰੂ ਦੇ ਦਰਸ਼ਨ ਹੀ ਨਾ ਹੋਣ, ਤੇ ਇਦੋਂ ਵੱਡੀ ਕਵੀ ਜੀ ਕਹਿੰਦੇ ਸਜ਼ਾ ਕੀ ਹੋ ਸਕਦੀ ਆ। ਤੇ ਬਾਬਾ ਰਾਮ ਰਾਏ ਜੀ ਨੂੰ ਇਹੀ ਸਜ਼ਾ ਦਿੱਤੀ ਗਈ ਹੈ। ਉਤੀ ਪਤਰ ਪੜ ਪਰਮ ਸੋ ਪਿਆਰੋ, ਦੇਸ ਵਿਦੇਸਨ ਜਸ ਬਸਤਾਰੋ। ਇਹ ਜਿਹੜਾ ਪੁੱਤਰ ਸੀ ਪਰਮ ਪਿਆਰਾ ਸੀ, ਪਰਮ ਪਿਆਰਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਪੂਰਾ ਜਸ ਫੈਲ ਗਿਆ ਸੀ ਕਿ ਬਾਬਾ ਰਾਮ ਰਾਏ ਜੀ ਤਾਂ ਇਦਾਂ ਕਰ ਦਿੰਦੇ ਨੇ, ਮਰੀ ਹੋਈ ਗਾਂ ਜਿਉਂਦੀ ਕਰ ਦਿੰਦੇ ਨੇ, ਤੇ ਬਾਦਸ਼ਾਹ ਦੇ ਚਿੱਟੇ ਕੇਸ ਕਾਲੇ ਕਰਤੇ ਨੇ, ਜਮਨਾ ਨਦੀ ਤੇ ਤੁਰੇ ਨੇ, ਮੋਇਆ ਬੱਕਰਾ ਜਵਾਇਆ, ਮੱਕੇ ਦੇ ਫਲ ਬੈਠਿਆਂ ਮੰਗਵਾ ਦਿੰਦੇ ਨੇ, ਗਵਾਚੀ ਚੀਜ਼ ਨੂੰ ਲੱਭ ਦਿੰਦੇ ਨੇ। ਇਦਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਹੀ ਜਸ ਫੈਲਿਆ ਹੋਇਆ ਜਿਨ੍ਹਾਂ ਦਾ। ਐਸ ਬਰਜ ਪੂਰਬ ਤੇ ਬਰਤਾਇਓ, ਆਪਾਂ ਤੁਰਕਨ ਵਿਖੇ ਜਣਾਇਓ। ਤੇ ਦਿੱਲੀ ਜਾ ਕੇ ਤਾਂ ਉਹਨਾਂ ਨੇ ਦੌਲਤ ਵੀ ਪਹਿਲਾਂ ਨਾਲੋਂ ਕਈ ਗੁਣਾ ਵਧਾ ਲਈ ਸੀ। ਬਾਬਾ ਰਾਮ ਰਾਏ ਜੀ ਪਾਸ ਬਹੁਤ ਜ਼ਿਆਦਾ ਦੌਲਤ ਹੋ ਗਈ ਸੀ।
ਤੁਰਕਾਂ ਵਿੱਚ ਵੀ ਚੰਗੀ ਪਛਾਣ ਬਣ ਚੁੱਕੀ ਸੀ। ਸਿੱਖ ਕਰੇ ਜੈ ਕੈ ਸਮੁਦਾਇਆ, ਆਪਣੀ ਅਦਕ ਪ੍ਰਤਾਪ ਵਧਾਇਆ। ਜਿੱਥੇ ਕਿੱਥੇ ਬੜੇ ਸਿੱਖ ਬਣਾਏ ਆਪਣੇ, ਆਪਣਾ ਬੜਾ ਨਾਮ ਜਪਾਇਆ। ਬਾਬਾ ਰਾਮ ਰਾਏ ਜੀ ਨੇ ਬੜੀ ਸੋਭਾ ਕਰਵਾਈ ਹੈ। ਬੁੱਧ ਵਿਸਾਲ ਲੌਕਿਕ ਵਿਵਹਾਰ, ਗਿਣੋ ਕਹਾਂ ਲਗ ਗੁਣ ਸੋਧਾਰ। ਵਿਸ਼ਾਲ ਬੁੱਧੀ ਸੀ ਤੇ ਲੌਕਿਕ ਕਾਰਕ ਵਿਹਾਰ ਸੀ। ਕਿੱਥੋਂ ਤੱਕ ਗਿਣਾ? ਕਵੀ ਜੀ ਕਹਿੰਦੇ ਬੜੇ ਉੱਤਮ ਗੁਣ ਸੀ। ਦਿੱਲੀ ਦੇ ਵਿੱਚ ਜੈ ਜੈਕਾਰ ਬਾਬਾ ਰਾਮ ਰਾਏ ਜੀ ਦੀ ਹੋਵੇ, ਜੈ ਜੈਕਾਰ ਹੋਵੇ, ਇਦਾਂ ਦੇ ਜਕਾਰੇ ਗੂੰਜਿਆ ਕਰਦੇ ਹਨ। ਤੋ ਨਚੇ ਬੀਚ ਕਰਾਈ, ਤਨ ਹੰਤਾ ਮੈਂ ਜਿਸ ਚਪਲਾਏ। ਪਰ ਫਿਰ ਵੀ ਉਹ ਇੱਥੇ ਆ ਕੇ ਡੋਲ ਗਏ। ਜਦੋਂ ਫਿਰ ਗੁਰੂ ਨਾਨਕ ਦੀ ਸੋਭਾ ਖੱਟਣੀ ਸੀ ਨਾ, ਉਦੋਂ ਬਾਦਸ਼ਾਹ ਦੀ ਸੋਭਾ ਹੀ ਖੱਟ ਲਈ ਆ ਭਾਵੇਂ, ਪਰ ਉਦੋਂ ਫਿਰ ਭਰੋਸਾ ਕੱਚਾ ਰਹਿ ਗਿਆ ਤੇ ਆਪਣਾ ਜਿਹੜਾ ਮਨ ਸੀ ਡੋਲ ਗਿਆ। ਗੁਰਬਾਣੀ ਦਾ ਇੱਕ ਸ਼ਬਦ ਬਦਲ ਬੈਠੇ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਇਹਦੀ ਜਗ੍ਹਾ ਤੇ ਕਰ ਦਿੱਤਾ ਬਾਦਸ਼ਾਹ ਜੀ ਨਹੀਂ, ਗੁਰੂ ਨਾਨਕ ਜੀ ਨੇ ਮੁਸਲਮਾਨਾਂ ਨੂੰ ਕੁਝ ਨਹੀਂ ਕਿਹਾ। ਉਹਨਾਂ ਕਿਹਾ ਮਿੱਟੀ ਬੇਈਮਾਨ ਕੀ, ਬੇਈਮਾਨ ਨੂੰ ਕਿਹਾ ਹੈ। ਮੁਸਲਮਾਨਾਂ ਨੂੰ ਗੁਰੂ ਨਾਨਕ ਜੀ ਨੇ ਕੁਝ ਨਹੀਂ ਕਿਹਾ, ਤਾਂ ਬਾਦਸ਼ਾਹ ਨੂੰ ਖੁਸ਼ ਕਰਤਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਤੇ ਇਹ ਵਾਲਾ ਜਿਹੜਾ ਸੀ ਸ਼ਬਦ ਮਹਾਰਾਜ ਨੇ ਆਖਿਆ ਕਿ ਸਾਡਾ ਕੋਈ ਨਾਤਾ ਨਹੀਂ, ਇਹ ਫਿਰ ਸਹਿਣੇ ਪਏ ਨੇ। ਇਦਾਂ ਫਿਰ ਕਵੀ ਜੀ ਅੱਗੇ ਫਰਮਾਉਂਦੇ ਹਨ। ਸਤਿਗੁਰ ਦੇ ਨ ਰੰਚਕ ਭਾਇਓ, ਆਇ ਸਹਿਤਾ ਮੈਂ ਜਿਨ ਚਿਤ ਲਾਇਓ। ਸਤਿਗੁਰੂ ਮਹਾਰਾਜ ਦੇ ਹਿਰਦੇ ਨੂੰ ਇਹ ਗੱਲ ਬਿਲਕੁਲ ਕਵੀ ਜੀ ਕਹਿੰਦੇ ਚੰਗੀ ਨਹੀਂ ਲੱਗੀ ਕਿ ਜਿਹੜੀ ਬਾਣੀ ਦੀ ਤੁਕ ਬਦਲੀ ਆ। ਬਿਲਕੁਲ ਵੀ ਇਹ ਚੰਗੀ ਨਹੀਂ ਲੱਗੀ ਕਿ ਗੁਰੂ ਨਾਨਕ ਜੀ ਦਾ ਇਦਾਂ ਬੇਅਦਬੀ ਕਰਨ ਵਾਲੀ ਗੱਲ ਹੋਈ ਹੈ ਕਿ ਉਹਨੇ ਪਦਾਰਥਾਂ ਵਿੱਚ ਚਿੱਤ ਜੋੜਿਆ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਇਹ ਸਭ ਹੋ ਗਿਆ ਹੈ। ਜਗਤ ਪਦਾਰਥ ਲਖ ਮਨ ਨੀਕੈ, ਜਿਸ ਤੇ ਪਰਿਓ ਗੁਰੂ ਐਸ ਫੀਕੈ। ਹੁਣ ਪਦਾਰਥ ਤਾਂ ਬੜੇ ਮਿਲ ਗਏ ਨੇ, ਦੌਲਤ ਵੀ ਬੜੀ ਆ ਗਈ, ਪਰ ਗੁਰੂ ਵਾਲਾ ਪਾਸਾ ਜਿਹੜਾ ਸੀ ਹੌਲਾ ਹੋ ਗਿਆ ਨਾ। ਗੁਰੂ ਮਹਾਰਾਜ ਵਾਲੇ ਪਾਸਿਓਂ ਫਿਰ ਸੱਖਣੇ ਹੋ ਗਏ ਨਾ ਦਰਸ਼ਨ ਤੋਂ। ਦਰਸ਼ਨ ਜਿਹਨੂੰ ਗੁਰੂ ਜੀ ਕੇ ਨਹੀਂ ਹੁੰਦੇ, ਜਾਂ ਇਵੇਂ ਕਹਿ ਲਓ ਪਿਆਰਿਓ, ਜਿਹੜੇ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕਦੇ, ਉਹਨਾਂ ਨੂੰ ਹੋਰ ਸਜ਼ਾ ਕੀ ਦਈਏ? ਉਹਨਾਂ ਨੂੰ ਤਾਂ ਸਜ਼ਾ ਮਿਲੀ ਹੋਈ ਹੈ। ਜਿਹੜੇ ਗੁਰੂ ਘਰ ਆ ਕੇ ਸ੍ਰੀ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦੇ ਨਾ, ਉਹਨਾਂ ਨੂੰ ਤਾਂ ਸਜ਼ਾ ਦੇ ਹੀ ਦਿੱਤੀ ਆ ਰੱਬ ਨੇ। ਹੋਰ ਕਿਹੜੀ ਸਜ਼ਾ ਉਹਨਾਂ ਲਈ? ਮਹਾਰਾਜ ਨੇ ਆਖਿਆ ਸੀ ਅਸੀਂ ਤੇਰੇ ਮੱਥੇ ਨਹੀਂ ਲੱਗਣਾ ਤੇ ਤੂੰ ਸਾਡੇ ਕੋਲ ਨਹੀਂ ਆਉਣਾ। ਜਿੱਧਰ ਨੂੰ ਮੂੰਹ ਆ ਤੇ ਹੁਣ ਉੱਧਰ ਹੀ ਜਾ। ਤੇਰਾ ਮੂੰਹ ਬਾਦਸ਼ਾਹ ਵੱਲ ਹੈ ਨਾ, ਤੇ ਉਧਰ ਨੂੰ ਹੀ ਰੱਖੀ। ਗੁਰੂ ਵੱਲ ਆਉਣ ਦੀ ਤੈਨੂੰ ਲੋੜ ਕੋਈ ਨਹੀਂ। ਇੱਕ ਬਹੁਤ ਵੱਡੀ ਭੁੱਲ ਸੀ। ਮਹਾਰਾਜ ਦੇਖੋ ਵੱਡੇ ਵੱਡੇ ਪਾਪੀਆਂ ਨੂੰ ਮਾਫ ਕਰ ਦਿੰਦੇ ਨੇ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਐਸੀ ਗੱਲ ਨਹੀਂ। ਸਤਿਗੁਰੂ ਜੀ ਤਾਂ ਕਹਿੰਦੇ ਨੇ ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਕੋਈ ਗੱਲ ਨਹੀਂ, ਜੇ ਗਲਤੀ ਹੋ ਗਈ ਫਿਰ ਕੀ ਆ, ਅਗਲੀ ਜ਼ਿੰਦਗੀ ਨੂੰ ਸਵਾਰ ਸਿੱਖਾ, ਇਵੇਂ ਕਹਿੰਦੇ ਨੇ। ਪਰ ਇੱਥੇ ਜੋ ਆ ਮਸਲਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਇੱਕ ਬੇਅਦਬੀ ਵਾਲੀ ਗੱਲ ਸੀ। ਜਿੱਦਾਂ ਆਪਾਂ ਕਹਿੰਦੇ ਆ ਹੁਣ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਗਲਤੀ ਨਾ ਬਖਸ਼ਣ ਯੋਗ ਨਾ ਭੁੱਲਣ ਯੋਗ ਹੈ। ਨਾ ਅਸੀਂ ਭੁੱਲ ਸਕਦੇ ਹਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ, ਤੇ ਨਾ ਉਹਨਾਂ ਨੂੰ ਕਦੇ ਮਾਫ ਕੀਤਾ ਜਾ ਸਕਦਾ। ਭਾਵੇਂ ਗੁਰੂ ਮਹਾਰਾਜ ਕਹਿੰਦੇ ਮਾਫ ਕਰੋ, ਕਿਸੇ ਨੂੰ ਬਦਲੇ ਦੀ ਭਾਵਨਾ ਨਾ ਰੱਖੋ, ਪਰ ਕੁਝ ਅਜਿਹੇ ਕਾਰਨ ਹੋ ਜਾਂਦੇ ਨੇ ਉਹਨਾਂ ਬੰਦਿਆਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਤਾਂ ਇਹ ਜਿਹੜੀ ਬਾਣੀ ਬਦਲਣ ਵਾਲੀ ਸੀ ਗੱਲ, ਇਹ ਗਲਤੀ ਜਿਹੜੀ ਸੀ, ਇਹ ਗਲਤੀ ਨਹੀਂ, ਅਪਰਾਧ ਹੋ ਗਿਆ ਸੀ। ਗਲਤੀ ਮਾਫ ਹੋ ਜਾਂਦੀ ਆ, ਪਰ ਅਪਰਾਧ ਨਹੀਂ ਮਾਫ ਹੁੰਦਾ। ਅਪਰਾਧ ਦੀ ਸਜ਼ਾ ਹੁੰਦੀ ਆ। ਤਾਂ ਮਹਾਰਾਜ ਨੇ ਕਿਹੜੀ ਸਜ਼ਾ ਦਿੱਤੀ? ਤੂੰ ਸਾਡੇ ਮੱਥੇ ਨਹੀਂ ਲੱਗਣਾ, ਅਸੀਂ ਤੇਰੇ ਮੱਥੇ ਨਹੀਂ ਲੱਗਣਾ, ਇਸ ਕਰਕੇ ਤੂੰ ਹੁਣ ਰਹਿ ਦਿੱਲੀ ਵਿੱਚ ਹੀ ਰਹਿ। ਤੂੰ ਪੈਸਿਆਂ ਵਿੱਚ ਹੀ ਖੇਡ, ਤੂੰ ਸ਼ੌਹਰਤ ਵਿੱਚ ਹੀ ਖੇਡ, ਤੂੰ ਦੌਲਤ ਵਿੱਚ ਹੀ ਖੇਡ।
ਇਦੋਂ ਵੱਡੀ ਸਜ਼ਾ ਨਹੀਂ ਕੋਈ ਹੋ ਸਕਦੀ ਪਿਆਰਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਦਾਂ ਆਖਿਆ ਫਿਰ ਤ੍ਰੈਣ ਸਮਾਨ ਪ੍ਰੈ ਸੁਤ ਕੋ ਤਿਆਗਾ, ਫੇਰਿਓ ਸ਼ਬਦ ਨਾ ਆਸੋ ਲਾਗਾ। ਇੱਕ ਤੀਲੇ ਦੇ ਵਾਂਗ ਆਪਣੇ ਪਿਆਰੇ ਪੁੱਤਰ ਨੂੰ ਤਿਆਗਤਾ। ਕਵੀ ਜੀ ਕਹਿੰਦੇ ਬਾਣੀ ਪਿਆਰੀ ਸੀ ਨਾ ਮਹਾਰਾਜ, ਸਤਿਗੁਰ ਕੀ ਬਾਣੀ, ਸਤਿਗੁਰੂ ਕੀ ਬਾਣੀ ਜੋ ਹੈ, ਸਤਿਗੁਰੂ ਨੇ ਉਹਨੂੰ ਪਿਆਰ ਕੀਤਾ ਪੁੱਤਰਾਂ ਤੋਂ ਵੀ ਵੱਧ ਕੇ। ਬਾਣੀ ਖਾਤਰ ਪੁੱਤਰਾਂ ਨੂੰ ਤਿਆਗਤਾ, ਪੁੱਤਰ ਨੂੰ ਤਿਆਗਤਾ ਇੱਕ ਤੀਲੇ ਦੇ ਵਾਂਗ, ਕਿਉਂਕਿ ਫੇਰਿਓ ਸ਼ਬਦ ਨ ਆਛੋ ਲਾਗਾ। ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਨੂੰ, ਗੁਰੂ ਹਰਿ ਰਾਏ ਜੀ ਨੂੰ ਚੰਗੀ ਨਹੀਂ ਲੱਗੀ ਇਹ ਗੱਲ। ਭਾਵੇਂ ਮਹਾਰਾਜ ਦਾ ਸੁਭਾਅ ਬਹੁਤ ਕੋਮਲ ਸੀ ਤੇ ਸਤਿਗੁਰੂ ਜੀ ਦਾ ਸੁਭਾਅ ਜੀ ਨੇ ਪਿੱਛੇ ਜਾਣਾ ਹੀ ਆ ਨਾ, ਚੋਲੇ ਨੂੰ ਫੜ ਕੇ ਤੁਰਦੇ ਹੁੰਦੇ ਸੀ ਕਿ ਫੁੱਲ ਨਾ ਟੁੱਟ ਜਾਣ, ਕੋਮਲ ਬਹੁਤ ਜ਼ਿਆਦਾ ਸੀ। ਪਰ ਇਹ ਗੱਲ ਨਹੀਂ ਮਹਾਰਾਜ ਸਹਾਰ ਸਕੇ ਕਿ ਸਾਡੇ ਹੀ ਖੂਨ ਵਾਲੇ ਤੋਂ ਇਹ ਗਲਤੀ ਹੋਵੇ, ਤੇ ਮਹਾਰਾਜ ਨੇ ਤੀਲੇ ਦੇ ਵਾਂਗ ਤਿਆਗ ਦਿੱਤਾ ਹੈ ਪੁੱਤਰ ਨੂੰ। ਦੋਹੇਰਾ ਪੂਰਬ ਕੀ ਪਰਖੇ ਹੁਤੇ, ਦੋਨੋਂ ਪੁੱਤਰ ਬਸਾਲ। ਪਹਿਲਾਂ ਵੀ ਦੋਹਾਂ ਪੁੱਤਰਾਂ ਨੂੰ ਚੰਗੀ ਤਰ੍ਹਾਂ ਪਰਖਿਆ ਸੀ, ਕਿਉਂਕਿ ਪਰਖੇ ਤੋਂ ਬਿਨਾਂ ਤਾਂ ਮਹਾਰਾਜ ਕਿਸੇ ਨੂੰ ਗੁਰਤਾ ਗੱਦੀ ਨਹੀਂ ਨਾ ਦੇ ਸਕਦੇ। ਤਾਂ ਇਹ ਇਮਤਿਹਾਨ ਸੀ ਜਿਹਦੇ ਵਿੱਚੋਂ ਬਾਬਾ ਰਾਮ ਰਾਏ ਜੀ ਫੇਲ ਹੋ ਚੁੱਕੇ ਹਨ। ਜਗ ਗੁਰਤਾ ਕੇ ਉਚਿਤ ਕੋ, ਲੈ ਸਿਖ ਕਰੇ ਨਿਹਾਲ। ਹੁਣ ਗੁਰਤਾ ਗੱਦੀ ਤੇ ਕੌਣ ਬੈਠੇਗਾ ਜਿਹੜਾ ਦੁਨੀਆ ਦੇ ਲੋਕਾਂ ਨੂੰ ਅਧਿਆਤਮ ਵਿਦਿਆ ਸਿਖਾਵੇਗਾ, ਆਤਮਾ ਨੂੰ ਠੰਡ ਪਾਵੇਗਾ, ਜਿਹਦੇ ਬੋਲਾਂ ਦੇ ਵਿੱਚ ਸ਼ਾਂਤੀ ਹੋਵੇਗੀ, ਜਿਹਨੂੰ ਧਿਆ ਕੇ ਡਿੱਠੇ ਸਭ ਦੁੱਖ ਜਾਏ, ਜਿਹਨੂੰ ਯਾਦ ਕੀਤਿਆਂ ਦੁੱਖ ਦੂਰ ਹੋਣਗੇ, ਕੌਣ ਹੋਵੇਗਾ? ਫਿਰ ਮਹਾਰਾਜ ਨੇ ਪਰਖਿਆ ਹੈ ਪੁੱਤਰਾਂ ਨੂੰ। ਚੌਪਈ ਸਰੋਤਾ ਐਮ ਸੁਣ ਕੇ ਸੁਖ ਪਾਏ, ਬੂਝਣ ਲਾਗੇ ਕਥਾ ਇਸ ਪਾਏ। ਫਿਰ ਜਿਹੜੇ ਸਰੋਤਾ ਜਨ ਸੀ ਸੁਣਨ ਵਾਲੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ, ਜਿਹੜੇ ਪ੍ਰਕਾਰ ਦਾ ਪ੍ਰਸੰਗ ਹੋਇਆ ਸੀ ਨਾ, ਤੇ ਉਹ ਸੁਣਾ ਦਿਓ ਹੁਣ ਕਿਵੇਂ ਕਿਵੇਂ ਹੋਈ ਬੀਤੀ ਹੈ ਜੀ ਪਰਖ ਵਾਸਤੇ। ਦੋਨੋਂ ਸੁਤ ਪਰਖੇ ਤਿਮ ਕਹਿ, ਤੁਮ ਸਰ ਬਗਿਆ ਸਰਬ ਕੋ ਲਹੈ। ਜਿਵੇਂ ਮਹਾਰਾਜ ਤੁਸੀਂ ਦੋਨਾਂ ਪੁੱਤਰਾਂ ਨੂੰ ਪਰਖਿਆ ਸੀ ਉਹ ਸੁਣਾਓ। ਸਭ ਕੁਝ ਜਾਣਦੇ ਹੋ ਤੁਸੀਂ ਤਾਂ ਸਰਬ ਗਿਆਤਾ ਹੋ ਪਾਤਸ਼ਾਹ ਜੀ। ਕੋ ਪੂਰਾ ਉਤਰਿਓ ਕੋ ਸੂਸਾ, ਕਹੋ ਪ੍ਰਸੰਗ ਸਾ ਪੈਨ ਹਮ ਪੁੱਛਾ। ਕਿਹੜਾ ਪੁੱਤਰ ਜਿਹੜਾ ਪੂਰਾ ਉਤਰਿਆ ਸੀ, ਕਿਹੜਾ ਖਾਲੀ ਰਿਹਾ ਸੀ, ਕਿਹੜਾ ਊਸ਼ਾ ਰਿਹਾ ਹੈ। ਸ੍ਰੀ ਗੁਰਬਖਸ਼ ਸਿੰਘ ਸੁਣ ਐਸੇ, ਕਥਾ ਕਹਿਣ ਲਗ ਬੀਤੀ ਜੈਸੇ। ਇਸ ਕਰਕੇ ਤੁਸੀਂ ਇਹ ਪ੍ਰਸੰਗ ਸੁਣਾਓ। ਅਸੀਂ ਸਾਰਿਆਂ ਨੂੰ ਪੁੱਛਿਆ ਹੈ। ਸ੍ਰੀ ਗੁਰਬਖਸ਼ ਸਿੰਘ ਇਸ ਤਰ੍ਹਾਂ ਸੁਣਾ ਕੇ ਫਿਰ ਕਥਾ ਸੁਣਾਉਣ ਲੱਗੇ ਸਾਧ ਸੰਗਤਾਂ ਨੂੰ, ਜਿਵੇਂ ਜਿਵੇਂ ਹੋਈ ਬੀਤੀ ਸੁਣਾਉਂਦੇ ਹਨ। ਫਿਰ ਪਈ ਸੁਣ ਕਥਾ ਬਾਸਤ ਫਲ ਦਾਨੀ, ਸ੍ਰੀ ਸਤਿਗੁਰ ਸਰਦਾਰ ਜਤਾਨੀ। ਮੂੰਹ ਮੰਗਿਆ ਫਲ ਦੇਣ ਵਾਲੀ ਸ੍ਰੀ ਗੁਰਬਖਸ਼ ਸਿੰਘ ਉਵਾਚ ਕਰਦੇ ਨੇ, ਕਹਿੰਦੇ ਕਥਾ ਸੁਣੋ ਸਾਧ ਸੰਗਤ ਜੀ। ਉਹ ਸੁਣਾ ਰਹੇ ਨੇ ਉਹ ਵੇਲੇ ਦੀਆਂ ਸੰਗਤਾਂ ਨੂੰ, ਤੇ ਕਵੀ ਜੀ ਨੇ ਉਹਨਾਂ ਤੋਂ ਹੀ ਖੋਜ ਕੇ ਇਤਿਹਾਸ ਲਿਖਿਆ ਹੈ ਅੱਗੇ ਦੀ ਅੱਗੇ। ਤੇ ਉਹ ਫਿਰ ਕਹਿੰਦੇ ਨੇ ਸਤਿਗੁਰੂ ਜੀ ਜਿਹੜੇ ਨੇ ਨਾ ਸੁੱਖਾਂ ਦੇ ਦਾਤੇ ਹਨ। ਜਿਸ ਤੇ ਜਨਮ ਮਰਨ ਕਟ ਜਾਏ, ਅਬ ਚੱਲ ਪਦਵੀ ਵਿਖੈ ਸਮਾਏ। ਜਿਨ੍ਹਾਂ ਨੂੰ ਯਾਦ ਕੀਤਿਆਂ ਜਨਮ ਤੇ ਮਰਨ ਕੱਟਿਆ ਜਾਂਦਾ ਹੈ, ਅਬ ਚੱਲ ਜਿਹੜੀ ਪਦਵੀ ਆ ਉਹਦੇ ਵਿੱਚ ਸਮਾ ਜਾਈਦਾ ਹੈ। ਇੱਕ ਸਮੇਂ ਸਤਿਗੁਰ ਕੇ ਤੀਰ, ਇੱਕ ਸਿੱਖ ਆਜੂ ਮਤ ਧੀਰਾ। ਇੱਕ ਦਿਨ ਸਤਿਗੁਰੂ ਜੀ ਦੇ ਪਾਸ ਇੱਕ ਸਿੱਖ ਆਇਆ, ਜਿਹਦੀ ਬੜੀ ਬਰੀਕ ਅਕਲ ਸੀ ਤੇ ਧੀਰਜ ਬੁੱਧੀ ਵਾਲਾ ਜਾਣੋ ਜੀ ਉਸ ਨੂੰ। ਬ੍ਰਿੰਦ ਸੰਗਤੀ ਸੰਗ ਲਗਾਏ, ਦਰਸ਼ਨ ਕਰਨ ਹੇਤ ਚੱਲ ਆਏ। ਬੜੀ ਧੀਰਜ ਬੁੱਧੀ ਵਾਲਾ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਇਆ ਤੇ ਦਰਸ਼ਨ ਕੀਤੇ ਆ ਕੇ ਪਾਤਸ਼ਾਹ ਜੀ ਦੇ। ਉਸਨੇ ਜਦੋਂ ਅਨਕੋ ਪੈਨ ਅਰਪਨ ਕੀਨਾ, ਅਗਨਾਸਨ ਚਰਨਨ ਚਿਤ ਦੀਨ। ਬੜੇ ਕੀਮਤੀ ਉਪਹਾਰ ਮਹਾਰਾਜ ਨੂੰ ਅਰਪਣ ਕੀਤੇ ਨੇ ਤੇ ਪਾਪਾਂ ਦਾ ਨਾਸ਼ ਕਰਨ ਵਾਲੇ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਜੋੜਿਆ ਹੈ। ਬਿਕਸਿਓ ਹਿਰਦਾ ਕਮਲ ਉਨਹਾਰੀ,
ਸਤਿਗੁਰ ਸੂਰਜ ਦਰਸ ਨਿਹਾਰੇ। ਹਿਰਦਾ ਜਿਹੜਾ ਸੀ ਉਹ ਕਮਲ ਦੇ ਵਾਂਗ ਖਿੜ ਗਿਆ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਉਸ ਸਿੱਖ ਨੇ ਆ ਕੇ। ਫਿਰ ਸ੍ਰੀ ਹਰਿ ਰਾਏ ਮੈਂ ਅੰਕ ਮੰਨਿੰਦ ਚੱਕ ਸਕੋਰ ਕੇ ਸਿੱਖਿਆ ਨਾ। ਬਰਿੰਦ ਬਰਿੰਦ। ਸ੍ਰੀ ਹਰਿ ਰਾਏ ਜੀ ਚੰਦ ਦੇ ਵਾਂਗ ਨੇ, ਸਿੱਖਾਂ ਦੀਆਂ ਅੱਖਾਂ ਚਕੋਰ ਦੇ ਵਾਂਗ ਲੱਗੀਆਂ ਉਹਨਾਂ ਦੇ ਵੱਲ। ਮਿਰਦਲ ਚਰਨ ਸੁੰਦਰ ਅਰਬਿੰਦ ਮਨ ਦਾਸਣ ਕੋ ਥਿਰੇ ਮਲੰਦ। ਕੋਮਲ ਚਰਨ ਸੁੰਦਰ ਕਮਲ ਦੇ ਵਾਂਗ ਨੇ, ਸੇਵਕਾਂ ਦੇ ਮਨ ਜਿਹੜੇ ਨੇ ਭੋਰਿਆਂ ਦੇ ਵਾਂਗ ਹਨ। ਬਚਨ ਸੁਣਨ ਅਰ ਦਰਸ਼ ਕਰਨ ਕੀ, ਬੜੀ ਲਾਲਸਾ ਤਿਨੋ ਉਰਨ ਕੀ। ਬਚਨ ਸੁਣਨ ਤੇ ਦਰਸ਼ਨ ਕਰਨ ਦੀ ਉਹਨਾਂ ਦੇ ਹਿਰਦਿਆਂ ਵਿੱਚ ਲਾਲਸਾ ਵਧੀ ਹੈ ਜਦੋਂ। ਏਤਕ ਦਿਨ ਸਪੀਪ ਹੀ ਰਹਿ ਨਿਤ ਪ੍ਰਤ ਸਤਿਗੁਰ ਦਰਸ਼ਨ ਲਹਿ। ਕਈ ਦਿਨ ਉਹ ਸਿੱਖ ਤੇ ਸੰਗਤਾਂ ਗੁਰੂ ਮਹਾਰਾਜ ਦੇ ਪਾਸ ਰਹੀਆਂ ਨੇ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ ਜਦੋਂ। ਇੱਕ ਦਿਨ ਬੈਠੇ ਸ੍ਰੀ ਹਰਿ ਰਾਏ ਨਿਕਟ ਸਿੱਖ ਗੁਣ ਮੰਦ ਉਪਜਾਏ। ਇੱਕ ਦਿਨ ਗੁਰੂ ਹਰਿ ਰਾਏ ਜੀ ਮਹਾਰਾਜ ਜੀ ਬੈਠੇ ਨੇ, ਦੀਵਾਨ ਸਜਿਆ ਹੋਇਆ ਹੈ, ਕਈ ਸਿੱਖ ਆਏ ਨੇ, ਕੋਲ ਬੈਠਣਾ ਕੀਤਾ ਹੈ। ਚਲੋ ਪ੍ਰਸੰਗ ਸਭਾ ਮੈਂ ਕੋਈ ਹੱਥ ਜੋੜ ਸਿੱਖ ਬੂਝਤ ਸੋਈ। ਸਭਾ ਦੇ ਵਿੱਚ ਕੋਈ ਪ੍ਰਸੰਗ ਚੱਲਿਆ, ਹੱਥ ਜੋੜ ਕੇ ਇੱਕ ਸਿੱਖ ਪੁੱਛਣ ਲੱਗਾ ਮਹਾਰਾਜ ਨੂੰ। ਦੋਨੋਂ ਸੁੰਦਰ ਸਾਹਿਬਜ਼ਾਦੇ ਜਿਨੋ ਬਲੋਕਤ ਚਿਤ ਹੈ ਲਾਦੇ। ਕਹਿਣ ਲੱਗੇ ਮਹਾਰਾਜ ਜੀ ਤੁਹਾਡੇ ਦੋਵੇਂ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਹਰਿ ਕ੍ਰਿਸ਼ਨ ਦੋਨੋਂ ਬੜੇ ਸੋਹਣੇ ਨੇ, ਸੁੰਦਰ ਨੇ, ਜਿਨ੍ਹਾਂ ਨੂੰ ਵੇਖ ਕੇ ਚਿੱਤ ਖੁਸ਼ ਹੋ ਜਾਂਦਾ, ਚਿੱਤ ਪ੍ਰਸੰਨ ਹੋ ਜਾਂਦਾ ਹੈ। ਸੁਣ ਗੁਣ ਕੇ ਸੁਪਰਨ ਅੰਮ੍ਰਿਤ ਪੂਰਤ ਭਾਗਣ ਤੇ ਪੂਰਤ ਸਭ ਸੂਰਤ। ਦੋਨਾਂ ਵਿੱਚ ਹੀ ਗੁਣ ਨੇ, ਸੰਪੂਰਨ ਕੋਮਲ ਮੂਰਤਾਂ ਨੇ, ਭਾਗਾਂ ਨਾਲ ਭਰੀਆਂ ਹੋਈਆਂ ਸੂਰਤਾਂ ਹਨ ਦੋਨੋਂ ਹੀ। ਜਗ ਗੁਰਤਾ ਕੇ ਉਚਿਤ ਕੌਣ ਸਰਬ ਰੀਤ ਮੈਂ ਸਮ ਹੈ ਦੌਣ। ਇਹਨਾਂ ਵਿੱਚੋਂ ਕੌਣ ਹੈ ਜਿਹੜਾ ਗੁਰਤਾ ਦੇ ਉਚਿਤ ਹੈ? ਸਾਰੀਆਂ ਰੀਤੀਆਂ ਵਿੱਚ ਦੋਵੇਂ ਬਰਾਬਰ ਨੇ, ਸਾਨੂੰ ਨਹੀਂ ਨਾ ਸਮਝ ਆ ਰਹੀ। ਕਹਿਣ ਲੱਗੇ ਮਹਾਰਾਜ ਦੋਨੋਂ ਹੀ ਪੁੱਤਰ ਚੰਗੇ ਨੇ ਸਾਹਿਬਜ਼ਾਦੇ, ਪਰ ਕੌਣ ਆ ਜਿਹੜਾ ਗੁਰਤਾ ਗੱਦੀ ਤੇ ਬੈਠੇਗਾ? ਅਜਰ ਜਨ ਕੋ ਤੀਰਜ ਜੋਏ ਇੱਕ ਮੈਂ ਹੋਏ ਇੱਕ ਜੁਗ ਮੈਂ ਹੋਏ। ਨਾ ਜਰੇ ਜਰਨ ਵਾਲਾ ਗੁਣ ਕਿਹਦੇ ਵਿੱਚ ਆ? ਨਾ ਜਰੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਜਰਨਾ, ਵੱਡੇ ਵੱਡੇ ਦੁੱਖਾਂ ਨੂੰ ਸਹਿਣਾ, ਧੀਰਜ ਰੱਖਣਾ, ਇਹਨਾਂ ਦੋਨਾਂ ਵਿੱਚੋਂ ਕਿਹਦੇ ਵਿੱਚ ਇਹ ਵਾਲਾ ਗੁਣ ਹੈ ਸਤਿਗੁਰੂ ਜੀ? ਕੋਲੈ ਸਰਬੋਤਮ ਵਡਿਆਈ ਕਰੋ ਕਿਰਪਾ ਇਹੋ ਦੇਹੋ ਬਤਾਈ। ਕੌਣ ਇਹਨਾਂ ਚੋਂ ਸਰਬ ਉੱਤਮ ਵਡਿਆਈ ਸੋਭਾ ਪ੍ਰਾਪਤ ਕਰੇਗਾ ਜੀ? ਕਿਰਪਾ ਕਰੋ ਤੇ ਸਾਨੂੰ ਦੱਸਣਾ ਕਰੋ ਜੀ। ਹਮ ਦੇਸ ਤੇ ਆਵੈ ਕਵੈ ਸੁਣਤ ਹੋਏ ਹਮ ਦ੍ਰਿੜਤਾ ਤਵੈ। ਅਸੀਂ ਵਿਦੇਸ਼ਾਂ ਦੇ ਵਿੱਚੋਂ ਕਦੇ ਕਦੇ ਮਹਾਰਾਜ ਆਇਆ ਜਾਂਦਾ ਹੈ, ਕਿਸਮਤ ਨਾਲ, ਕਰਮਾਂ ਦੇ ਨਾਲ, ਤੇ ਫਿਰ ਸਾਨੂੰ ਸੁਣ ਕੇ ਕਦੋਂ ਪਤਾ ਲੱਗੇਗਾ? ਜੇ ਅਗਲੀ ਵਾਰ ਸਾਥੋਂ ਪਹੁੰਚਿਆ ਨਾ ਗਿਆ ਤਾਂ ਆਪ ਜੀ ਪਹਿਲਾਂ ਹੀ ਦੱਸਣਾ ਕਰੋ ਜੀ ਸਾਨੂੰ। ਜਦ ਗੋਪ ਇਹ ਰਾਖਣ ਚਾਹੋ ਮੁਝ ਪਰਦੇਸੀ ਲੱਖ ਕਰ ਕਹੋ। ਜੇ ਤੁਸੀਂ ਗੁਪਤ ਰੱਖਣਾ ਚਾਹੁੰਦੇ ਹੋ ਤਾਂ ਮੈਨੂੰ ਮਹਾਰਾਜ ਜ਼ਰੂਰ ਦੱਸੋ, ਮੈਨੂੰ ਪਰਦੇਸੀ ਸਮਝ ਲਓ, ਮੈਂ ਪਰਦੇਸੀ ਹਾਂ, ਕਦੇ ਕਦੇ ਆਉਂਦਾ ਹਾਂ ਵਿਦੇਸ਼ ਦੀ ਧਰਤੀ ਤੋਂ, ਮੈਂ ਗੱਲ ਨਾ ਗੁਪਤ ਰੱਖਾਂਗਾ, ਇਸ ਕਰਕੇ ਤੇ ਮੈਂ ਇਹ ਕਿਤੇ ਵੀ ਨਹੀਂ ਪ੍ਰਗਟ ਕਰਾਂਗਾ। ਉਹ ਨਹਿ ਕਰੋ ਕਹੂੰ ਬਖਿਆਤੀ ਰੱਖੋ ਮੇਲ ਸਤਾ ਮਨ ਬਾਤੀ। ਜੇ ਮਹਾਰਾਜ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਡਾ ਕਿਹੜਾ ਪੁੱਤਰ ਯੋਗ ਹੈ ਗੁਰਤਾ ਗੱਦੀ ਦੇ, ਜਿਵੇਂ ਕਿ ਇੱਕ ਹੀਰਿਆਂ ਦੀ ਥੈਲੀ ਹੁੰਦੀ ਹੈ ਨਾ, ਤੇ ਮਣੀਆਂ ਦੀ ਥੈਲੀ ਹੁੰਦੀ ਆ ਮੋਤੀਆਂ ਦੀ, ਲੋਕ ਉਹਨੂੰ ਸਾਂਭ ਰੱਖਦੇ ਨੇ, ਇਦਾਂ ਹੀ ਮਹਾਰਾਜ ਮੈਂ ਤੁਹਾਡੇ ਇਹ ਬਚਨ ਨੂੰ ਸਾਂਭਾਂਗਾ, ਕਿਸੇ ਅੱਗੇ ਨਹੀਂ ਖੋਲਾਂਗਾ। ਹੀਰਿਆਂ ਦੀ ਥੈਲੀ ਹੋਵੇ, ਬੰਦਾ ਹਰ ਕਿਸੇ ਕੋਲ ਥੋੜੀ ਖੋਲੇਗਾ। ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਕੂ, ਨਹੀਂ ਗਾਹਕ ਨਹੀਂ ਮੋਲ। ਬਾਣੀ ਵੀ ਇੱਕ ਖਜ਼ਾਨਾ ਹੀ ਆ, ਤੇ ਹਰ ਬੰਦੇ ਕੋਲ ਨਹੀਂ ਇਹ ਖੋਲੀ ਜਾ ਸਕਦੀ, ਇਹਦੇ ਅਰਥ ਨਾ ਹੀ ਹਰ ਬੰਦੇ ਦੇ ਹਜਮ ਆਉਂਦੇ ਨੇ। ਤੇ ਇਦਾਂ ਹੀ ਉਹ ਕਹਿਣ ਲੱਗਾ ਸਿੱਖ ਮਹਾਰਾਜ ਜੀ ਤੁਹਾਡੇ ਬਚਨਾਂ ਨੂੰ ਮੈਂ ਇਉਂ ਸਾਂਭੂਗਾ ਜਿਵੇਂ ਹੀਰਿਆਂ ਦੀ ਥੈਲੀ ਹੁੰਦੀ ਆ,
ਕਿਸੇ ਕੋਲ ਨਹੀਂ ਦੱਸਾਂਗਾ ਪਾਤਸ਼ਾਹ ਜੀ। ਹਮ ਰਾਵਰ ਕੇ ਦਾਸ ਕਦੀਮੀ, ਸਿਮਰੇ ਤਰ ਸਰਦਾ ਸੁਖ ਸੀਮੀ। ਤੇ ਅਸੀਂ ਤਾਂ ਆਪ ਜੀ ਦੇ ਕਦੀਮੀ ਸੇਵਕ ਹਾਂ, ਅਸੀਂ ਤੁਹਾਡਾ ਸਿਮਰਨ ਕਰਦੇ ਹਾਂ, ਸ਼ਰਧਾ ਧਾਰਨ ਕਰਦੇ ਹਾਂ ਆਪ ਜੀ ਤੇ। ਆਪ ਕਿਰਪਾਲ ਦਾਸ ਰਖਬਾਰੇ, ਦੁਖਤ ਲੋਕ ਤੇ ਲਿਹੋ ਉਬਾਰੇ। ਗੁਰੂ ਮਹਾਰਾਜ ਆਪ ਜੀ ਕਿਰਪਾਲੂ ਹੋ, ਦਿਆਲੂ ਹੋ, ਸੇਵਕਾਂ ਦੇ ਰਖਵਾਲੇ ਹੋ, ਦੁਖਤ ਲੋਕਾਂ ਤੋਂ ਬਚਾ ਲੈਂਦੇ ਹੋ ਜੀ। ਪੁੱਤਰ ਆਪ ਕੋ ਦੁਐਨ ਮਾਹੀ, ਜਸੋ ਪ੍ਰੀਤ ਬਿਰਦੇ ਐਮ ਚਾਹੀ। ਹੁਣ ਕਿਹੜੇ ਪੁੱਤਰ ਨੇ ਗੁਰੂ ਬਣਨਾ ਤੇ ਮੈਂ ਉਹਦੇ ਨਾਲ ਹੀ ਪ੍ਰੀਤੀ ਵਧੇਗੀ ਨਾ। ਆਪ ਜੀ ਕਿਰਪਾ ਕਰਕੇ ਮੈਂ ਪਰਦੇਸੀ ਹਾਂ, ਮੈਨੂੰ ਦੱਸ ਦੇਵੋ ਜੀ। ਮਨ ਮੈਂ ਸਿਮਰੇ ਸਰਦਾ ਧਾਰੇ, ਬਿਗਨ ਬਲਾਸ ਅਨੇਕਨ ਟਾਰੇ। ਮਨ ਵਿੱਚ ਸ਼ਰਧਾ ਧਾਰ ਕੇ ਸਿਮਰਨ ਕਰੀਏ ਤੇ ਅਨੇਕਾਂ ਵਿਸ਼ਾਲ ਵਿਘਨਾਂ ਦਾ ਨਾਸ਼ ਹੋ ਜਾਂਦਾ। ਆਪ ਜੀ ਨੂੰ ਚੇਤੇ ਕਰਨ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ। ਹਿਮ ਸੁਣ ਸਿੱਖ ਤੇ ਸ੍ਰੀ ਹਰਿ ਰਾਏ, ਕਹੋ ਮਰ ਦੁੱਲ ਮੁਖ ਤੇ ਮੁਸ਼ਕਾਏ। ਇਸ ਤਰ੍ਹਾਂ ਸੁਣ ਕੇ ਫਿਰ ਗੁਰੂ ਹਰਿ ਰਾਏ ਜੀ ਮਹਾਰਾਜ ਉਹ ਸਿੱਖ ਦੀਆਂ ਭੋਲੇ ਭਾਏ ਮਿਲੇ ਰਘੁਰਾਇਆ। ਭੋਲੀਆਂ ਭਾਲੀਆਂ ਗੱਲਾਂ ਸੀ, ਸਿੱਧੀਆਂ ਸਾਧੀਆਂ, ਤੇ ਮਹਾਰਾਜ ਹੱਸ ਪਏ ਉਹਦੀਆਂ ਗੱਲਾਂ ਸੁਣ ਕੇ ਕਿ ਮੈਂ ਪਰਦੇਸੀ ਹਾਂ ਮਹਾਰਾਜ, ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਅੱਗੇ ਕਿ ਤੁਹਾਡੇ ਕਿਹੜੇ ਪੁੱਤਰ ਨੇ ਗੁਰਤਾ ਗੱਦੀ ਤੇ ਬੈਠਣਾ। ਮਹਾਰਾਜ ਨੇ ਫਿਰ ਮੁਸਕਰਾ ਕੇ ਤੇ ਕੋਮਲ ਜੇ ਬਚਨ ਕਹਿਣੇ ਕੀਤੇ ਹਨ ਉਸ ਸਿੱਖ ਨੂੰ। ਚਿਤ ਮੇ ਚਾਹਤ ਜੋ ਇਸ ਅਸਬਰ ਤਾਤ, ਪਾਵੇ ਨਿਹਚੋ ਹੋਤ ਪਰਪਾਤ। ਸਤਿਗੁਰੂ ਜੀ ਕਹਿਣ ਲੱਗੇ ਜੇ ਐਸਾ ਬਿਰਤਾਂਤ ਆਪਣੇ ਚਿੱਤ ਦੇ ਵਿੱਚ ਚਾਹੁੰਦੇ ਹੋ ਪਿਆਰੇ ਤਾਂ ਸਵੇਰੇ ਆਉਣਾ। ਜਦੋਂ ਸਵੇਰੇ ਆਵੋਗੇ ਨਾ ਤੇ ਉਦੋਂ ਤੁਹਾਨੂੰ ਨਿਸ਼ਚਾ ਕਰਾ ਦੇਵਾਂਗੇ ਅੱਗੇ ਕੀ ਕੀ ਹੋਣੀ ਹੈ, ਉਹ ਸਾਰਾ ਆਪ ਜੀ ਨੂੰ ਦੱਸ ਦੇਣਾ ਹੈ। ਸੁਣ ਸ੍ਰੀ ਮੁਖ ਤੇ ਸੀਸ ਨਵਾਇਓ, ਸਮੇਂ ਜਾਨ ਨਿਜ ਡੇਰੇ ਆਇਓ। ਗੁਰੂ ਮਹਾਰਾਜ ਜੀ ਦੇ ਮੁਖ ਤੋਂ ਏਦਾਂ ਸੁਣ ਕੇ ਤੇ ਉਹ ਰਾਤ ਜਿਹੜੀ ਆ ਬੜੀ ਹੀ ਤੇ ਮੁੱਦਤ ਦੇ ਨਾਲ ਉਡੀਕਿਆ ਸਵੇਰ ਨੂੰ ਕਿ ਕਦੋਂ ਸੂਰਜ ਚੜ੍ਹੇਗਾ, ਕਦੋਂ ਰਾਤ ਖਤਮ ਹੋਵੇਗੀ। ਤੇ ਜਦੋਂ ਸਵੇਰ ਹੁੰਦੀ ਆ ਕੇ ਸਿੱਖ ਨੇ ਸਿਰ ਨਿਵਾਇਆ ਹੈ, ਸਮਾਂ ਜਾਣ ਕੇ ਫਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਉਣਾ ਕੀਤਾ ਹੈ। ਬੀਤੀ ਹਿਰਦੇ ਵਿਚਾਰਤ ਰਾਤੀ, ਸੋਚ ਸਨਾਨ ਓਠ ਕੀਨਸ ਪ੍ਰਾਤੀ। ਸਾਰੀ ਰਾਤ ਇਹੀ ਸੋਚਦਿਆਂ ਲੰਘ ਗਈ ਸੀ ਕਿ ਕਿਹੜਾ ਪੁੱਤਰ ਯੋਗ ਹੋਵੇਗਾ। ਵੱਡਾ ਪੁੱਤਰ ਵੀ ਚੰਗਾ ਹੈ, ਸ਼੍ਰੀ ਰਾਮ ਰਾਏ ਬੜਾ ਸੋਹਣਾ ਹੈ, ਗੁਣਾ ਵਾਲਾ ਹੈ, ਤੇ ਉਹ ਬਾਲੜੇ ਪ੍ਰੀਤਮ ਜੀ ਸ਼੍ਰੀ ਹਰਿ ਕ੍ਰਿਸ਼ਨ ਜੀ ਵੀ ਬੜੇ ਚੰਗੇ ਨੇ। ਤੇ ਇਦਾਂ ਇਸ਼ਨਾਨ ਕਰਦਿਆਂ ਦੀ ਵੀ ਇਹ ਸੋਚ ਹੀ ਸੀ ਕਿ ਅੱਜ ਪਤਾ ਲੱਗੇਗਾ ਕਿ ਕਿਹੜਾ ਇਹਨਾਂ ਚੋਂ ਗੁਰਤਾ ਦੇ ਯੋਗ ਹੈ। ਇਦਾਂ ਫਿਰ ਹਿਰਦੇ ਵਿੱਚ ਤੜਫਣਾ, ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬੜੀ ਛੇਤੀ ਆ ਗਿਆ ਹੈ ਸਭਾ ਦੇ ਵਿੱਚ। ਜਨ ਵਿਖੇ ਮੁਖ ਮਨ ਗਾਇਓ, ਬੰਧਤ ਚਰਨ ਗੁਰਨ ਕਿਉ ਭਇਓ। ਸਿੱਖਾਂ ਦੇ ਸਮੇਤ ਆ ਕੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ ਹੈ ਜਦੋਂ। ਸ਼ਰਧਾ ਸ਼ਲਤਾ ਸਾਦਾ ਸਰਤਾ ਕੀ ਮਨ ਮੀਨ, ਪੁਨੇ ਨੇਤਰ ਕਰ ਦਰਸ਼ਨ ਕੀਨ। ਮਨ ਦੇ ਵਿੱਚ ਪੂਰੀ ਸ਼ਰਧਾ ਭਰੀ ਹੋਈ ਹੈ, ਨਦੀ ਦੀ ਮੱਛੀ ਦੇ ਵਾਂਗ ਨੇਤਰ ਭਰ ਭਰ ਕੇ ਮਹਾਰਾਜ ਦੇ ਦਰਸ਼ਨ ਕੀਤੇ ਹਨ। ਇੱਕ ਸਤਿਗੁਰ ਸਿੱਖ ਕੀ ਅਬਲਾਖਾ, ਨਿਰਨੇ ਕਾਰਨ ਵਿਖੇ ਅਸ ਭਾਖਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਦਿੱਤੇ ਹੋਏ ਸਮੇਂ ਅਨੁਸਾਰ ਹੀ ਤਾਂ ਬੜੀ ਅਭਿਲਾਸ਼ਾ ਦੇ ਨਾਲ ਪਹੁੰਚ ਗਿਆ ਸਿੱਖ, ਤੇ ਫਿਰ ਅੱਖਾਂ ਦੇ ਵਿੱਚ ਉਹੀ ਸਵਾਲ ਹੈ, ਭਾਵੇਂ ਬੋਲ ਨਹੀਂ ਰਿਹਾ ਅੱਜ ਸਿੱਖ ਸੁਬਾ ਬੋਲ ਨਹੀਂ ਰਿਹਾ ਪਰ ਅੱਖਾਂ ਬੋਲ ਰਹੀਆਂ ਨੇ ਕਿ ਮਹਾਰਾਜ ਕਿਹੜਾ ਪੁੱਤਰ ਤੁਹਾਡਾ ਗੁਰਤਾ ਦੇ ਯੋਗ। ਫਿਰ ਮਹਾਰਾਜ ਜੀ ਕਹਿਣ ਲੱਗੇ ਹਨ, ਦੁਬੈ ਸਾਹਿਬਜ਼ਾਦੇ ਇੱਕ ਬਾਣੀ, ਪਠੇ ਗ੍ਰੰਥ ਸਾਹਿਬ ਬਨ ਬਾਣੀ। ਦੋਵੇਂ ਸਾਹਿਬਜ਼ਾਦੇ ਇੱਕ ਥਾਂ ਤੇ ਹੀ ਨੇ ਮਹਾਰਾਜ ਕਹਿੰਦੇ, ਤੇ ਦੋਨੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰ ਦੀ ਜੋ ਬਾਣੀ ਹੈ ਤੇ ਉਹਦਾ ਪਾਠ ਕਰ ਰਹੇ ਮੁਖ ਤੋਂ। ਇੱਕ ਸੂਚਕਾ ਨਿਜ ਕਰ ਲਿਓ, ਜਹੋ ਤਹਾਂ ਤੁਮ ਦਰਸ ਕਰਿਓ। ਇੱਕ ਸੋਈ ਆਪਣੇ ਹੱਥ ਵਿੱਚ ਲੈ ਲਵੋ
ਤੇ ਜਾਓ ਪੁੱਤਰਾਂ ਦੇ ਦਰਸ਼ਨ ਕਰੋ, ਉਹਨਾਂ ਨੂੰ ਮਿਲਣਾ ਕਰੋ ਪਿਆਰ ਦੇ ਨਾਲ। ਬੰਧਨ ਕਰ ਬੈਠੋ ਤਨ ਤੀਰ, ਬਾਣੀ ਸੁਣੋ ਪਠੇ ਜੁਗ ਬੀਰ। ਉੱਥੇ ਗੁਰੂ ਸਾਹਿਬ ਨੇ ਤੇ ਮੱਥਾ ਟੇਕੋ ਬਾਣੀ ਨੂੰ, ਤੇ ਫਿਰ ਬਾਣੀ ਨੂੰ ਸੁਣੋ ਪਿਆਰੇ। ਤੇ ਫਿਰ ਦੋਵੇਂ ਵੀਰੇ ਜਿਹੜੇ ਨੇ ਵਾਰੀ ਵਾਰੀ ਬਾਣੀ ਪੜ੍ਹ ਰਹੇ ਨੇ, ਉਹਨਾਂ ਨੂੰ ਸੁਣਨਾ ਕਰੋ ਜਾ ਕੇ। ਦੋਹਰਾ ਸ੍ਰੀ ਗੁਰੂ ਗ੍ਰੰਥ ਤਰੇ ਰੁਚਰ, ਪੰਗੂਰੇ ਜੇ ਘੰਗੂਰੇ ਜੇ ਤਿੰਨ ਪਾਵੈ, ਵਿੱਚ ਸੂਚਕ ਸੰਚਾਰੋ ਕਰ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਪ੍ਰਕਾਸ਼ ਹਨ ਨਾ, ਤੇ ਉਹਦੇ ਥੱਲੇ ਪੰਗੂੜਾ ਹੈ। ਉਹਨਾਂ ਪੰਗੂੜਿਆਂ ਦੇ ਵਿੱਚ ਪਾਵੇ ਨੇ, ਤੇ ਪਾਵਿਆਂ ਵਿੱਚ ਸੂਈਆਂ ਹੱਥ ਵਿੱਚ ਲੈ ਕੇ ਖੁਬੋਵੋ, ਚੁਬਾਉਣਾ ਕਰੋ ਜੀ ਜਾ ਕੇ। ਚੌਪਈ ਜਸ ਪਾਵੈ ਵਿੱਚ ਸਾਂਚੈ ਜਾਏ, ਸ਼ਬਦ ਪਠਤ ਕਾਸ਼ਟ ਨਰਮਾਏ। ਜਿਹਦੇ ਪਾਵੇ ਦੇ ਵਿੱਚ ਸੂਈ ਖੁੱਭ ਜਾਵੇਗੀ ਨਾ, ਤੇ ਸ਼ਬਦ ਪੜਨ ਦੇ ਨਾਲ ਲੱਕੜੀ ਨਰਮ ਹੋ ਜਾਂਦੀ ਹੈ। ਐਵੇਂ ਫਿਰ ਪਰਖ ਹੋ ਜਾਵੇਗੀ ਆਪ ਜੀ ਨੂੰ। ਪਾਨ ਆਦ ਮੋਮ ਸਮ ਹੋਏ, ਗੁਰਤਾ ਕੀ ਲੈ ਕਲਖ ਸੋਏ। ਪੱਥਰ ਆਦ ਮੋਮ ਵਾਂਗ ਬਣ ਜਾਂਦੇ ਨੇ ਜਿਹੜੇ ਬਾਣੀ ਹੁੰਦੀ ਆ। ਪੱਥਰ ਦਿਲ ਹੁੰਦੇ ਨਾ ਕਈ ਇਨਸਾਨ ਗੁਰੂ ਕੋਲ ਆਉਣ ਤੋਂ ਪਹਿਲਾਂ, ਕਈਆਂ ਦੇ ਦਿਲ ਦੀ ਜਗ੍ਹਾ ਪੱਥਰ ਹੀ ਹੁੰਦਾ ਹੈ, ਦਿਲ ਨਹੀਂ ਹੁੰਦਾ। ਪਰ ਕਈ ਫਿਰ ਮਹਾਰਾਜ ਦੀ ਜਦੋਂ ਬਾਣੀ ਨੂੰ ਸੁਣਦੇ ਨੇ ਤੇ ਮੋਮ ਦੇ ਵਾਂਗ ਪਿਘਲ ਜਾਂਦੇ ਨੇ। ਇਦਾਂ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਰਮਜ ਦੇ ਵਿੱਚ ਕਿ ਸੂਈ ਲੈ ਜਾਓ ਪਿਆਰੇ ਸਿੱਖ ਜੀ, ਜਾਓ ਐਵੇਂ ਪਤਾ ਲੱਗੇਗਾ ਕਿ ਕਿਹੜੇ ਪਾਸੇ ਸੂਈ ਚੁੱਭਦੀ ਆ ਪਾਵੇ ਦੇ ਵਿੱਚ, ਕਿਹੜੇ ਪਾਸੇ ਨਹੀਂ। ਜਿਹਦੇ ਚੁੱਭ ਜਾਵੇਗੀ ਤੇ ਉਹ ਸੰਪੂਰਨ ਹੋਵੇਗਾ, ਦੂਜਾ ਅਧੂਰਾ ਹੋਵੇਗਾ। ਉਹਨੂੰ ਗੁਰਤਾ ਦੇ ਲਾਇਕ ਸਮਝੋ, ਜਿਹਦਾ ਪਾਵਾ ਮੋਮ ਦੇ ਵਾਂਗ ਬਣ ਜਾਵੇਗਾ। ਐਮ ਸੁਣ ਗੁਰ ਤੇ ਸਿੱਖ ਸਜਾਨਾ, ਜਮਨਿਓ ਤਾਹੀ ਤੇ ਚਾਉ ਮੋਹਨ। ਇਵੇਂ ਫਿਰ ਸਿੱਖ ਬਹੁਤ ਖੁਸ਼ੀ ਨਾਲ ਭਰ ਗਿਆ। ਕਿਵੇਂ ਕਿਸੇ ਨੂੰ ਪੁੱਛਣਾ ਵੀ ਨਹੀਂ ਪੈਣਾ। ਸੂਈ ਕਿੱਡੀ ਕੁ ਹੁੰਦੀ ਆ ਕਿਤੇ ਉਹਦਾ ਪਤਾ ਵੀ ਨਹੀਂ ਲੱਗਦਾ। ਹੱਥ ਵਿੱਚ ਫੜੋ ਤੇ ਮੈਂ ਆਰਾਮ ਦੇ ਨਾਲ ਇਦਾਂ ਚੁਬੋ ਕੇ ਵੇਖ ਲੈਣੀ ਆ ਤੇ ਮੈਨੂੰ ਪਤਾ ਲੱਗ ਜਾਵੇਗਾ। ਇਦਾਂ ਫਿਰ ਖੁਸ਼ੀ ਖੁਸ਼ੀ ਦੇ ਨਾਲ ਭਰਿਆ ਹੋਇਆ ਉੱਥੋਂ ਛੇਤੀ ਛੇਤੀ ਆ ਗਿਆ ਹੈ। ਜੈ ਸ੍ਰੀ ਰਾਮ ਜੀ ਵੈਸੇ ਪੂਰਬ ਜਾਏ ਸਤਾਨ ਪਰਵੇਸ਼। ਪਹਿਲਾਂ ਜਿੱਥੇ ਸ਼੍ਰੀ ਰਾਮ ਰਾਏ ਜੀ ਬਾਬਾ ਜੀ ਬੈਠੇ ਸੀ ਉੱਥੇ ਗਏ ਤੇ ਉਸ ਸਥਾਨ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਹੈ। ਦੀਨ ਬੰਦਨਾ ਸੀਸ ਨਵਾਏ, ਬੈਸ ਸਮੀਪ ਸੁਣਤ ਚਿਤ ਲਾਏ। ਬੰਦਨਾ ਕਰਕੇ ਸੀਸ ਨਿਵਾਇਆ, ਪਾਸ ਬੈਠ ਕੇ ਚਿੱਤ ਲਾ ਕੇ ਬਾਣੀ ਨੂੰ ਸਰਵਣ ਕੀਤਾ ਹੈ। ਜਦੋਂ ਪਠੇ ਗ੍ਰੰਥ ਸਾਹਿਬ ਕੀ ਬਾਣੀ, ਭਗਤ ਬਰਾਗ ਗਿਆਨ ਗੁਣ ਸਾਨੇ। ਤੇ ਬਾਬਾ ਰਾਮ ਰਾਏ ਜੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਸੀ ਤੇ ਉਹਦੇ ਵਿੱਚ ਭਗਤੀ ਵਿਰਾਗ ਗਿਆਨ ਵਾਲੇ ਇਦਾਂ ਸ਼ਬਦ ਆਏ ਨੇ। ਉਹ ਸਿੱਖ ਨੇ ਉਹਨਾਂ ਨੂੰ ਸੁਣਨਾ ਕੀਤਾ ਹੈ। ਜਬ ਸੂਚੀ ਸੰਚਾਰਨ ਲਾਗੋ, ਨਹਿ ਪਾਵੈ ਮੈਂ ਪਰਵੇਸੈ ਆਗੋ। ਐਵੇਂ ਫਿਰ ਸੂਈ ਜਿਹੜੀ ਹੌਲੀ ਕੁ ਦਿਨੇ ਚੁਬਾਉਣ ਲੱਗਾ ਕੱਢ ਕੇ, ਤੇ ਪਰ ਉਹ ਪਾਵੇ ਵਿੱਚੋਂ ਅੱਗੇ ਨਹੀਂ ਲੰਘ ਰਹੀ। ਜਿੱਥੇ ਬਾਬਾ ਰਾਮ ਰਾਏ ਜੀ ਪ੍ਰਵੇਸ਼ ਜਿਹੜੇ ਪਾਵੇ ਤੇ ਬੈਠੇ ਨੇ ਨਾ, ਉਹ ਪ੍ਰਵੇਸ਼ ਨਹੀਂ ਸੂਈ ਅੱਗੇ ਕੀਤੀ ਤੇ ਫਿਰ ਮਨ ਵਿੱਚ ਜਾਣਿਆ ਹੈ। ਪਰਕਤ ਕੇਤਕ ਚਰਤੈ ਰਹਿਓ, ਗੁਰਤਾ ਪਦ ਨਹੀਂ ਲੈਕ ਲਹਿਓ। ਫਿਰ ਪਰਖ ਕਰਦਾ ਕੁਝ ਚਿਰ ਉੱਥੇ ਰਿਹਾ, ਗੁਰਤਾ ਪਦਵੀ ਦੇ ਲਾਇਕ ਨਾ ਸਮਝਿਆ। ਜਾਣ ਗਿਆ ਕਿ ਬਾਬਾ ਰਾਮ ਰਾਏ ਜੀ ਨੂੰ ਨਹੀਂ ਮਿਲ ਸਕਦੀ ਗੱਦੀ ਕਦੇ ਵੀ। ਕਰ ਬੰਧਨ ਕੇ ਡਬ ਉੱਠ ਗਇਓ, ਗੁਰਸਤ ਲਗ ਟਗ ਪਹੁੰਚਤ ਪਇਓ। ਫਿਰ ਬੰਦਨਾ ਕਰਕੇ ਉੱਥੋਂ ਜਾਣਾ ਕੀਤਾ। ਗੁਰੂ ਮਹਾਰਾਜ ਜੀ ਦੇ ਛੋਟੇ ਪੁੱਤਰ ਪਾਸ ਆ ਗਿਆ ਹੈ। ਪਠਤ ਗ੍ਰੰਥ ਸਾਹਿਬ ਕੀ ਬਾਣੀ, ਮਿਰਦੁਲ ਹਿਰਦਾ ਸਰਵਗਿਆ ਸੁਗਿਆਨੀ। ਉਦੋਂ ਫਿਰ ਬਾਲੜੇ ਪ੍ਰੀਤਮ ਜੀ ਰਸਨਾ ਤੋਂ ਬਾਣੀ ਪੜ੍ਹ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਜਿਨ੍ਹਾਂ ਬਣਨਾ ਅੱਗੇ ਜਾ ਕੇ ਕੋਮਲ ਹਿਰਦਾ ਸੀ, ਜਿਨ੍ਹਾਂ ਦਾ ਬੜੇ ਗਿਆਨਵਾਨ ਹਨ। ਸੋਹਣੀ ਸੋਹਣੀ ਬਾਣੀ ਪੜ੍ਹ ਰਹੇ ਮੁਖ ਤੋਂ ਜੀ। ਸਿੱਖ ਨਮੋ ਕਰ ਬੈਠੋ ਜਾਏ, ਸੁਣਤ ਸ਼ਬਦ ਸਗਰੇ ਸੁਮਦਾਏ। ਸਿੱਖ ਨਮਸਕਾਰ ਕਰਕੇ ਬਹਿ ਗਿਆ ਜਾ ਕੇ। ਪਹਿਲਾਂ ਬਾਣੀ ਨੂੰ ਸੁਣਿਆ, ਜਿਵੇਂ ਮਹਾਰਾਜ ਨੇ ਆਖਿਆ ਸੀ, ਪਹਿਲਾਂ ਸਿੱਧੀ ਨਹੀਂ ਕਿ ਜਾ ਕੇ ਇਦਾਂ ਸੂਈ ਝਬੋ ਦੇਣੀ ਆ ਪਾਵੇ 'ਚ, ਪਹਿਲਾਂ ਬਾਣੀ ਸੁਣਨੀ ਆ, ਫੇਰ ਇਹ ਤੁਹਾਨੂੰ ਪਤਾ ਲੱਗਣਾ।
ਪੂਰੇ ਧਿਆਨ ਦੇ ਨਾਲ ਬਾਣੀ ਸੁਣ ਰਹੇ ਹਨ ਜਦੋਂ। ਹੁਣ ਸ੍ਰੀ ਗ੍ਰੰਥ ਪੰਗੂਰੇ ਪਾਵਾ ਲੀਨ ਸੂਚਕਾ ਨੋਕ ਚਬਾਵਾ। ਫਿਰ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਸੀ ਉਹ ਪੰਗੂੜੇ ਦੇ ਪਾਵੇ ਵਿੱਚ ਸੂਈ ਦੀ ਜਿਹੜੀ ਨੋਕ ਸੀ ਨਾ ਉਹਨੂੰ ਚੁਭੋਇਆ ਉਸ ਸਿੱਖ ਨੇ। ਉਤੋਂ ਮੋਮ ਸਭ ਗੱਡ ਗਈ ਰਹਿਓ ਨਕਾਸ ਬੀਚ ਲੈ ਭਈ। ਪਾਵਾ ਜਿਹੜਾ ਸੀ ਮੋਮ ਦੇ ਵਾਂਗ ਸੀ, ਸਾਰੀ ਸੂਈ ਖੁੱਭ ਗਈ। ਉਹ ਕੱਢਦਾ ਰਿਹਾ ਪਰ ਉਹ ਪਾਵੇ ਦੇ ਅੰਦਰ ਚਲੀ ਗਈ। ਚੁੱਪ ਰਿਹਾ, ਮਹਾਰਾਜ ਨਾਲ ਵਾਅਦਾ ਕੀਤਾ ਸੀ। ਚੁੱਪ ਰਿਹਾ, ਗੁਰਸਿੱਖ ਕੁਝ ਨਹੀਂ ਬੋਲਿਆ। ਸਮਝ ਗਿਆ ਕਿ ਗੁਰੂ ਜੀ ਦਾ ਛੋਟਾ ਪੁੱਤਰ ਗੁਰਤਾ ਦੇ ਲਾਇਕ ਹੈ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਹੱਥ ਜੋੜੇ, ਪਤਾ ਲੱਗ ਗਿਆ ਕਿ ਆਉਣ ਵਾਲੇ ਸਮੇਂ ਵਿੱਚ 8ਵੇਂ ਗੁਰੂ ਨਾਨਕ, ਭਾਵੇਂ ਉਮਰ ਛੋਟੀ ਆ, ਉਮਰ ਭਾਵੇਂ ਨਿਆਣੀ ਆ, ਪਰ ਇਹਨਾਂ ਨਹੀਂ ਬਣਨਾ ਹੈ। ਤਾਂ ਆਪਣੇ ਆਪ ਹੱਥ ਜੋੜ ਕੇ ਸਜਦਾ ਕਰ ਦਿੱਤਾ। ਜਾਣਿਆ ਸ਼੍ਰੀ ਹਰਿ ਕ੍ਰਿਸ਼ਨ ਜੀ ਵੱਡੇ ਅਵਤਾਰ ਨੇ, ਇਹਨਾਂ ਨੇ ਗੁਰਤਾ ਗੱਦੀ ਤੇ ਬਹਿਣਾ ਹੈ ਤੇ ਦੁਨੀਆ ਨੂੰ ਤਾਰਨਾ ਹੈ, ਸੰਗਤਾਂ ਨੂੰ ਬਾਣੀ ਨਾਲ ਜੋੜਨਾ ਹੈ। ਇਹਨਾਂ ਸਿੱਖ ਦੇ ਹੱਥ ਜੁੜੇ ਤੇ ਸਜਦਾ ਕੀਤਾ ਆਉਣ ਵਾਲੇ 8ਵੇਂ ਗੁਰੂ ਨਾਨਕ ਜੀ ਨੂੰ। ਸਤਿਗੁਰੂ ਜੀ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਹਰਿ ਰਾਏ ਜੀ ਮਹਾਰਾਜ, ਤਿੰਨਾਂ ਦੀ ਸ਼ਾਨ, ਬਾਬਾ ਰਾਮ ਰਾਏ ਜੀ, ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੀ ਸ਼ਾਨ ਬੜੀ ਉੱਚੀ ਹੈ। ਬੋਲਦੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ ਜੀ। ਅੱਗੇ ਵਾਸਤੇ ਆਪ ਜੀ ਅਸੀਸ ਬਖਸ਼ੋ। ਕੁਝ ਬੇਨਤੀਆਂ ਹਨ, ਪੂਰੇ ਧਿਆਨ ਦੇ ਨਾਲ ਸੰਗਤ ਜੀ ਸਰਵਣ ਕਰਨਾ ਜੀ। ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅਨਾਉਂਸ ਹੋ ਰਿਹਾ ਸੀ ਕਿ ਆਪਣੇ ਨਗਰ ਦੇ ਵਿੱਚ ਕੱਲ ਨੂੰ ਨਗਰ ਕੀਰਤਨ ਸਜਾਇਆ ਜਾਣਾ ਹੈ। ਸੋ ਆਪ ਸਭ ਜਾਣਦੇ ਹੋ ਕਿ ਮੌਸਮ ਬੜਾ ਖਰਾਬ ਹੈ। ਇਹ ਪ੍ਰਮਾਤਮਾ ਦੀ ਰਜ਼ਾ ਵਿੱਚ ਜੋ ਹੋ ਰਿਹਾ ਹੈ। ਸੋ ਕੱਲ ਨੂੰ ਜਿਹੜਾ ਨਗਰ ਕੀਰਤਨ ਹੈ ਉਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਬੇਨਤੀ ਹੈ ਕਿ ਕੱਲ ਨੂੰ ਉਹ ਨਹੀਂ ਸਜਾਇਆ ਜਾਵੇਗਾ। ਮੌਸਮ ਦੀ ਖਰਾਬੀ ਦੇ ਕਾਰਨ ਨਗਰ ਕੀਰਤਨ ਜੋ ਹੈ ਨਹੀਂ ਸਜਾਇਆ ਜਾਵੇਗਾ, ਪਰ ਜੋ ਅਖੰਡ ਪਾਠ ਸਾਹਿਬ ਹਨ ਉਹ ਪ੍ਰਕਾਸ਼ ਹੋਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਜੋ ਨਗਰ ਕੀਰਤਨ ਸਜਾਇਆ ਜਾਣਾ ਸੀ, ਸਾਧ ਸੰਗਤ ਜੀ, ਉਹ ਕੱਲ ਨੂੰ ਨਹੀਂ ਸਜਾਇਆ ਜਾਵੇਗਾ। ਉਹਦੀ ਹਜੇ ਜੋ ਤਰੀਕ ਹੈ ਹਜੇ ਸਾਰਿਆਂ ਨੇ ਸਲਾਹ ਕਰਕੇ ਫਿਕਸ ਕਰਨੀ ਆ ਤੇ ਜਦੋਂ ਹੋ ਜਾਵੇਗੀ ਉਦੋਂ ਗੁਰਦੁਆਰਾ ਸਾਹਿਬ ਤੋਂ ਸਾਰੀਆਂ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ। ਉਹ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਹੀ ਹੋਵੇਗੀ। ਸੋ ਇਸ ਕਰਕੇ ਕੱਲ ਨੂੰ ਸਿਰਫ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ। ਸੋ 10:30 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਆਪ ਜੀ ਨੂੰ ਬੇਨਤੀ ਹੈ ਕਿ ਇਸ ਸਮੇਂ ਅਨੁਸਾਰ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇੱਕ ਵਾਰ ਫਿਰ ਬੇਨਤੀ ਹੈ, ਜਿੰਨੇ ਵੀ ਪੜਾਵਾਂ ਵਾਲੇ ਵੀਰ ਨੇ, ਜਿੱਥੇ ਜਿੱਥੇ ਵੀ ਪੜਾ ਲੱਗਦੇ ਨੇ ਜਾਂ ਸੇਵਾਦਾਰ ਨੇ, ਸਭ ਨੂੰ ਭਾਈ ਬੇਨਤੀ ਆ ਕਿ ਮੌਸਮ ਦੀ ਖਰਾਬੀ ਹੋਣ ਕਰਕੇ ਕੱਲ ਨੂੰ ਜੋ ਨਗਰ ਕੀਰਤਨ ਸਜਾਇਆ ਜਾਣਾ ਸੀ ਉਹ ਨਹੀਂ ਸਜਾਇਆ ਜਾਣਾ। ਸੋ ਕੱਲ ਨੂੰ ਸਿਰਫ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। 10:30 ਵਜੇ ਅਰਦਾਸ ਬੇਨਤੀ ਹੋਣੀ ਹੈ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਜੋ ਅਰਦਾਸ ਬੇਨਤੀ ਆ, ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਤਿੰਨੋਂ ਦਿਨ ਹੀ ਤੇ ਐਤਵਾਰ ਵਾਲੇ ਦਿਨ ਭੋਗ ਪਾਏ ਜਾਣਗੇ 9 ਤਰੀਕ ਨੂੰ। ਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਤਿੰਨੋਂ ਦਿਨ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਹ ਬੇਨਤੀਆਂ ਨੂੰ ਪ੍ਰਵਾਨ ਕਰਨਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ ਤੇ ਫਤਿਹ ਬੁਲਾਉਣੀ ਕਰੀਏ ਜੀ। ਉਤੋ ਮੋਮ ਸਮ ਸਭ ਗੱਡ ਗਈ ਰਹੋ ਨਿਕ ਚ ਬੀਚ ਲੈ ਭਈ। ਤੂਸ਼ਨ ਰਹੋ ਨਾ ਕਛ ਬਖਾਨਾ ਗੁਰਤਾ ਕੇ ਲੈਕ ਪਹਿਚਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।